ਜਦੋਂ ਕਿਤੇ ਫਿਰਕੂ ਹਿੰਸਾ ਹੁੰਦੀ ਆ ਉਦੋਂ ਜਿਹੜੀ ਮਾਈਨੋਰਿਟੀ ਕਮਿਊਨਿਟੀ ਆ ਉਹਦੀਆਂ ਔਰਤਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ, ਕਿਉਂ ਉਹਨਾਂ ਨੂੰ ਔਜ਼ਾਰ ਬਣਾਇਆ ਜਾਂਦਾ, ਟੂਲ ਬਣਾਇਆ ਜਾਂਦਾ। ਬਹੁਤ ਸੀਰੀਅਸ ਘਟਨਾਵਾਂ ਜਿਹੜੀਆਂ ਮਨੀਪੁਰ ਦੋ ਔਰਤਾਂ ਨਾਲ ਬਲਾਤਕਾਰ ਹੋਇਆ। ਪਹਿਲੋਂ ਉਹਨਾਂ ਨੂੰ ਨਿਰਵਸਤਰ ਕੀਤਾ ਗਿਆ, ਨਗਰ ਪਰੇਡ ਉਹਨਾਂ ਦੀ ਕੀਤੀ ਗਈ। ਉਹਦੇ ਚੋਂ ਇੱਕ 20-22 ਸਾਲ ਦੀ ਹੈ, ਦੂਸਰੀ 40 ਸਾਲ ਦੀ ਤੇ ਉਸ ਵੇਲੇ ਪੁਲਿਸ ਉੱਥੇ ਹਾਜ਼ਰ ਸੀ। ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਮੌਬ ਹੈ ਜਿਹੜਾ ਉਹਨਾਂ ਨੇ ਉਹਨਾਂ ਨੂੰ ਇੱਕ ਪਾਸੇ ਲਿਜਾਇਆ ਔਰ ਨਿਰਵਸਤਰ ਕਰਕੇ ਇੱਕ ਨਾਲ ਉਹਨਾਂ ਨੇ ਬਲਾਤਕਾਰ ਕੀਤਾ। ਗੈਂਗਰੇਪ ਇਹ ਸਾਡਾ ਹਜੇ ਭਾਵੇਂ ਆਪਾਂ ਡਿਜੀਟਲ ਇੰਡੀਆ ਦੇ ਵੀ ਐਡਵਾਂਸ ਕਰੀਏ, ਹਜੇ ਵੀ ਸਾਡਾ ਸਮਾਜ ਵੈਸੇ ਇੰਡੀਆ 'ਚ ਮਰਦ ਪ੍ਰਧਾਨ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਜਦੋਂ ਵੀ ਭਰਾ ਕੱਢਣੀ ਹੁੰਦੀ, ਕਿਸੇ ਨੇ ਬਦਲਾ ਲੈਣਾ ਹੁੰਦਾ ਜਾਂ ਕਿਸੇ ਨੂੰ ਆਪਣਾ ਜ਼ਲੀਲ ਕਰਨਾ ਹੁੰਦਾ, ਉਹ ਮਾਂ ਭੈਣ ਦੀ ਜਾਂ ਧੀ ਦੀ ਗਾਲ ਕੱਢੀ ਜਾਂਦੀ। ਇਹ ਮਤਲਬ ਵੀ ਆਪਣੇ ਪਹਿਲਾਂ ਤੋਂ ਤੁਰਿਆ ਆ। ਬਹੁਤ ਸਾਰੀ ਲੇਡੀਜ਼ ਨੇ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ, ਵਿਚਾਰੀ ਆਪਦੀਆਂ ਮਾਰ ਕੇ ਜਾਂ ਪੇਰੈਂਟਸ ਸਵਾਜ ਆ ਜਾਂਦੇ ਆ ਜਾਂ ਉਹ ਡਰਦੇ ਮਾਰੇ ਵੀ ਅੱਗੇ ਹੋਰ ਸਾਡੀ ਇਹ ਨਹੀਂ ਆਉਂਦੇ। ਕਮਾਲ ਤੇ ਸੰਧੂ ਸਾਹਿਬ ਉਸਲੇ ਹੋਈ ਹੈ ਜਿਸ ਲਈ ਕਿ 2 ਮਹੀਨੇ ਪਹਿਲੇ ਉਹਦਾ ਸੀਐਮ ਆਪਣਾ ਹੈਗਾ, ਉਹਨੇ ਇਨਫੋਰਮ ਨਹੀਂ ਕੀਤਾ ਕਿ ਇਹ ਕੁਝ ਹੋਇਆ ਇੱਥੇ, ਔਰ ਉਹਦੇ ਬਾਵਜੂਦ ਉਹ ਬਿਆਨ ਦੇਣ ਡਿਆ। ਇਹੋ ਜਿਹੇ ਬੜੇ ਹੋਰ ਕੇਸ ਵੀ ਆ, ਅਗਰ ਤੁਸੀਂ ਧਿਆਨ ਨਾਲ ਸੀਐਮ ਦੀ ਗੱਲ ਸੁਣੋ, ਉਹ ਕਹਿੰਦਾ ਹੋਰ ਵੀ ਕੇਸ ਹੈਗੇ। ਫਿਰ ਉਹ ਜਿਹੜੀ ਬਾਦਲ ਦੀ ਵੋਟੀ ਹੈ, ਸੁਖਬੀਰ ਦੀ ਵੋਟੀ, ਉਹਦੇ ਬਿਆਨ ਕਿੱਧਰ ਗਏ ਜੀ? ਕਿ ਇਹਨਾਂ ਨੂੰ ਸ਼ਰਿਆਮ ਕ੍ਰਿਟਿਸਾਈਜ਼ ਵੀ ਨਹੀਂ ਕਰ ਸਕਦੇ ਪਏ। ਕਮਾਲ ਹੱਦ ਹੋ ਗਈ ਹੈ ਕਿ ਗ੍ਰਹਿ ਮੰਤਰੀ ਨਾਲ ਪੁਲਿਸ ਅਟੈਚ ਨਹੀਂ ਹੁੰਦੀ। ਆਲ ਇੰਡੀਆ ਦੇ ਡੀਜੀਪੀ ਗ੍ਰਹਿ ਮੰਤਰੀ ਨਾਲ ਨਹੀਂ ਅਟੈਚ ਹੁੰਦੇ। ਡੀਜੀਪੀ ਦੇ ਥੱਲੇ ਐਸਐਸਪੀ ਅਟੈਚ ਨਹੀਂ ਹੁੰਦੇ। ਲਾਗੇ ਪੁਲਿਸ ਖੜੀ ਹੁੰਦੀ ਜਦੋਂ ਔਰਤ ਨੂੰ ਨੰਗਿਆਂ ਕਰਕੇ ਘੁਮਾਇਆ। ਕਿ ਕੌਣ ਜ਼ਿੰਮੇਵਾਰ ਹੈ? ਅਫਸਰ ਜ਼ਿੰਮੇਵਾਰ ਨਹੀਂ ਗੇ। ਫਿਰ ਦੂਜੀ ਗੱਲ, 70 ਦਿਨ ਬਾਅਦ ਵੀਡੀਓ ਵਾਇਰਲ ਹੋ ਕੇ ਫੇਰ ਕਾਰਵਾਈ ਹੁੰਦੀ ਹੈ। ਜੇ ਵੀਡੀਓ ਨਾ ਬਣੀ ਦੀ ਫਿਰ ਕਾਰਵਾਈ ਤਾਂ ਹੁੰਦੀ ਹੀ ਨਾ। ਇੰਨੀ ਚਿੰਤਾ ਹੁੰਦੀ, ਕਿੰਨੇ ਕਾਂਡ ਹੋਏ ਨੇ ਹੁਣ ਤੱਕ, ਇਹਨਾਂ ਨੇ ਕਲੀਨ ਸੂਟ ਬਣਾਇਆ। ਉਹਨਾਂ ਨੂੰ ਉੱਥੇ ਹੀ ਗੋਲੀ ਮਾਰਨ ਦਾ ਰਾਈਟ ਦਿੰਦੇ ਵੀ ਸਰਕਾਰ ਨੂੰ ਚਾਹੀਦਾ ਇਹਨੂੰ, ਉਹਨਾਂ ਨੂੰ ਹੈਂਗ ਕਰਵਾਉਣ ਦਿੰਦੇ। ਜਿੰਨਾ ਚਿਰ ਸਰਕਾਰਾਂ ਇਹ ਬੱਚਿਆਂ ਦੇ ਉਮੀਦਾਂ ਹੁੰਦੀਆਂ, ਇਹ ਮਸਲੇ ਚੱਲੀ ਜਾਂਦੇ ਨੇ। ਕੋਈ ਸਾਰੇ ਇਹ ਦੇਖੋ ਜੀ, ਆਪ ਪੈ ਰਿਹਾ ਦੁੱਖਾ ਤੁਹਾਨੂੰ, ਸਾਨੂੰ ਪਬਲਿਕ ਨੂੰ ਦੁੱਖਾ, ਇਹਨਾਂ ਨੂੰ ਕੋਈ ਦੁੱਖ ਨਹੀਂ ਕਰੀ ਬਰਾ। ਇਹ ਤਾਂ ਰੁਕੀਆਂ ਸੇਕਦੇ ਨੇ ਇੱਥੇ। ਹੁਣ ਕਾਂਗਰਸ ਦੇ ਵਿੱਚ ਰੌਲਾ ਪਾਉਣ ਦਾ ਕੀ ਫਾਇਦਾ, ਜਾਂ 2 ਮਿੰਟ ਪਹਿਲੇ ਹੀ ਧਿਆਨ ਰੱਖਿਆ ਹੁੰਦਾ। ਜਿਹੜੇ ਲੀਡਰ ਹੈ, ਜ਼ਿੰਮੇਵਾਰ ਬੰਦੇ ਆ, ਲਾਂਘ ਤਾਂ ਉਹਨਾਂ ਦੇ ਮੁਖੀਆਂ ਨੂੰ, ਜਿਹਨਾਂ ਸਰਕਾਰਾਂ ਦੀ ਇਨਵੈਸਟੀ ਕਰਦੇ, ਜਿਨ੍ਹਾਂ ਨੇ ਸਰਕਾਰਾਂ ਬਣਾਈਆਂ, ਜਿਹੜੇ ਦੇ ਮੁਖੀ ਆ ਉਹਨਾਂ ਦੇ ਰਿਸ਼ਤੇਦਾਰ ਜਿੰਨੇ ਉਹਨਾਂ ਨੂੰ ਅੱਜ ਵੀ ਸਪੋਰਟ ਕਰਦੇ ਆ, ਸਭ ਨੂੰ ਲਾਂਘ। नमस्कार, अस्सलाम वालेकुम, सत श्री अकाल। मैं हाँ कमर संधू। इस वे नॉर्थ अमेरिका है शुक्रवार की शाम, भारत है शनिश्चरवार की सवेर, नानकशाही संबत 555 सौण की 7 तरीक है। और तुसी देख रहे जे तुहाडा अपना शो हैलो ग्लोबल पंजाब, जो ग्लोबल पंजाब टीवी ते चैनल पंजाबी ते लाइव टैलीकास्ट है। असीं इस वे ग्लोबल पंजाब टीवी के फेसबुक पेज के उपर भी लाइव हाँ, और इनू मेरे निजी फेसबुक पेज उपर इनू क्रॉस पोस्ट भी किया जा रहा। OTT प्लेटफॉर्म जियो TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਤੁਸੀਂ ਦੇਖ ਸਕਦੇ ਜੀ। ਕਾਲ ਇਨ ਸ਼ੋਅ ਆ, ਕਾਲ ਕਰ ਸਕਦੇ ਜੀ। ਔਰ ਕਾਲ ਕਰਨ ਵਾਸਤੇ 2 ਨੰਬਰਸ ਨੇ ਜਿਹੜੇ ਤੁਹਾਡੀ ਸਕਰੀਨ ਦੇ ਉੱਤੇ ਇਸ ਵੇਲੇ ਵੀ ਡਿਸਪਲੇ ਹੋ ਰਹੇ ਨੇ ਔਰ ਸ਼ੋਅ ਦੌਰਾਨ ਲਗਾਤਾਰ ਡਿਸਪਲੇ ਹੋਣਗੇ। ਇਹਦੇ 'ਚ ਅਸੀਂ ਇਸ ਸ਼ੋਅ ਦੇ ਵਿੱਚ ਅਸੀਂ ਮੁਲਕ ਦੇ, ਪੰਜਾਬ ਦੇ, ਦੁਨੀਆ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ, ਕਰੰਟ ਇਸ਼ੂਜ਼। ਔਰ ਅੱਜ ਆਪਾਂ ਗੱਲ ਕਰਾਂਗੇ ਮਨੀਪੁਰ ਦੀ। ਭਾਰਤ ਦੀ ਜਿਹੜੀ ਸਟੇਟ ਹੈ, ਈਸਟਰਨ ਸਟੇਟ ਹੈ ਮਨੀਪੁਰ, ਬਿਲਕੁਲ ਈਸਟ ਦੇ ਉੱਤੇ ਹੈ, ਬਰਮਾ ਦੇ ਨਾਲ ਲੱਗਦੀ ਹੈ ਮਨੀਪੁਰ ਤੋਂ ਹਰ ਦਿਨ ਬਹੁਤ ਬੇਚੈਨੀ ਪੈਦਾ ਕਰਨ ਵਾਲੀਆਂ, ਪਰੇਸ਼ਾਨੀ ਪੈਦਾ ਕਰਨ ਵਾਲੀਆਂ ਘਟਨਾਵਾਂ ਜਿਹੜੀਆਂ ਵਾ ਉਹ ਉੱਥੇ ਵਾਪਰ ਰਹੀਆਂ ਨੇ। ਪਰ ਜੋ 2-3 ਦਿਨ ਪਹਿਲੋਂ ਸਾਹਮਣੇ ਆਇਆ ਉਹਨੇ ਸਾਰੇ ਮੁਲਕ ਨੂੰ ਸ਼ਰਮਸਾਰ ਕਰ ਦਿੱਤਾ। 2 ਔਰਤਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੀ ਨਗਨ ਪਰੇਡ ਕੱਢੀ ਗਈ, ਵੀਡੀਓ ਬਣਾਇਆ ਗਿਆ। ਇਹ ਘਟਨਾ ਜਿਹੜੀ ਆ ਆਲਮੋਸਟ 2 ਮਹੀਨੇ ਪਹਿਲੋਂ ਦੀ ਆ, ਲੇਕਿਨ ਇਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਔਰ ਜਿਸ ਵੇਲੇ ਇਹਦੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ ਹਰਕਤ 'ਚ ਆਈ ਔਰ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਲੇਕਿਨ ਇਸ ਤਰ੍ਹਾਂ ਦੀ ਘਟਨਾ 70 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਹੋਵੇ ਔਰ ਫਿਰ 2 ਮਹੀਨੇ ਕਿਸੇ ਨੂੰ ਕੋਈ ਬੇਖਬਰ ਹੋਣ ਲੋਕ ਔਰ ਉਹਦੇ 'ਤੇ ਕਾਰਵਾਈ ਨਾ ਹੋਵੇ, ਇਹ ਕਿਵੇਂ ਹੋ ਸਕਦਾ? ਸੋ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਘਟਨਾ ਨੂੰ ਅਸੀਂ ਕਿਵੇਂ ਦੇਖੀਏ, ਇਹ ਸਾਡੀ ਮਾਨਸਿਕਤਾ ਬਾਰੇ ਇਹ ਘਟਨਾ ਕੀ ਦਰਸਾਉਂਦੀ ਹੈ। ਔਰ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ ਹੈ ਜਿਹਦੇ ਬਾਰੇ ਮੁੱਖ ਤੌਰ 'ਤੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਜਦੋਂ ਕਿਤੇ ਫਿਰਕੂ ਹਿੰਸਾ ਹੁੰਦੀ ਹੈ
ਉਸ ਵੇਲੇ ਔਰਤਾਂ ਨੂੰ ਟੂਲ ਜਾਂ ਔਜ਼ਾਰ ਕਿਉਂ ਬਣਾਇਆ ਜਾਂਦਾ, ਉਹਨਾਂ ਨੂੰ ਟਾਰਗੇਟ ਸਪੈਸ਼ਲੀ ਕਿਉਂ ਕੀਤਾ ਜਾਂਦਾ ਵਾ? ਇਹ ਪਹਿਲੀ ਵਾਰੀ ਨਹੀਂ। 1947 ਦੀ ਭਾਰਤ ਦੀ ਵੰਡ, ਭਾਰਤ ਪਾਕਿਸਤਾਨ ਜਦੋਂ ਬਣਿਆ ਵਾ, ਪਾਕਿਸਤਾਨ ਜਦੋਂ ਬਣਿਆ, ਭਾਰਤ ਦੀ ਵੰਡ ਹੋਈ, ਉਸ ਵੇਲੇ ਵੀ ਦੇਖਿਆ ਗਿਆ ਕਿ ਹਜ਼ਾਰਾਂ ਔਰਤਾਂ ਨੂੰ, ਭਾਵੇਂ ਉਹ ਸਿੱਖ ਔਰਤਾਂ ਸਨ, ਹਿੰਦੂ ਔਰਤਾਂ ਸਨ, ਮੁਸਲਮਾਨ ਔਰਤਾਂ ਸਨ, ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਦਾ ਬਲਾਤਕਾਰ ਕੀਤਾ ਗਿਆ, ਰੇਪ ਕੀਤਾ ਗਿਆ, ਬਹੁਤ ਸਾਰਿਆਂ ਨੂੰ ਮਾਰ ਵੀ ਦਿੱਤਾ ਗਿਆ। ਉਸ ਤੋਂ ਬਾਅਦ ਫਿਰ 1984 ਜਿਸ ਵੇਲੇ ਸਿੱਖ ਕਤਲੇਆਮ ਹੋਇਆ ਵਾ, ਉਸ ਵੇਲੇ ਦਿੱਲੀ ਦੇ ਵਿੱਚ ਦਰਜਨਾਂ ਔਰਤਾਂ ਜਿਹੜੀਆਂ ਵਾ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਨਾਲ ਬਦਸਲੂਕੀ ਕੀਤੀ ਗਈ, ਕਈਆਂ ਨਾਲ ਬਲਾਤਕਾਰ ਵੀ ਕੀਤਾ ਗਿਆ। ਕਲਿਆਣਪੁਰੀ, ਤ੍ਰਿਲੋਕਪੁਰੀ, ਇਹ ਥਾਵਾਂ 'ਤੇ ਇਹੋ ਜਿਹੀਆਂ ਘਟਨਾਵਾਂ ਖਾਸ ਕਰਕੇ ਹੋਈਆਂ, ਔਰ ਜਿਹੜੀਆਂ ਉਦੋਂ ਕਮਿਸ਼ਨਸ ਆਫ ਇਨਕੁਆਇਰੀ ਬੈਠੀਆਂ, ਉਹਨਾਂ ਦੇ ਸਾਹਮਣੇ ਇਹਨਾਂ ਔਰਤਾਂ ਨੇ ਆਪਣੇ ਬਿਆਨ ਦਿੱਤੇ, ਬਿਆਨ ਦਰਜ ਨੇ, ਲਿਖਤੀ ਰੂਪ ਦੇ ਵਿੱਚ ਬਿਆਨ ਦਰਜ ਨੇ, ਲੇਕਿਨ ਦੋਸ਼ੀਆਂ ਨੂੰ ਸ਼ਾਇਦ ਅੱਜ ਤੱਕ ਸਜ਼ਾ ਨਹੀਂ ਮਿਲੀ। ਸ਼ਾਇਦ ਕੀ ਪਤਾ ਹੀ ਆ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਕਈਆਂ ਦਾ ਪਤਾ ਹੀ ਨਹੀਂ ਕੌਣ ਲੋਕ ਸਨ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ। ਉਸ ਤੋਂ ਬਾਅਦ ਗੋਧਰਾ 2002 ਦੇ ਵਿੱਚ, ਉੱਥੇ ਵੀ ਇਹ ਕੁਝ ਹੋਇਆ। ਇੱਕ ਦੋ ਕੇਸਿਸ ਜਿਹੜੇ ਨੇ ਉਹਨਾਂ ਦਾ ਆਪਾਂ ਨੂੰ ਪਤਾ ਹੀ ਆ, ਜਿਹੜੀਆਂ ਉਸ ਵੇਲੇ ਘਟਨਾਵਾਂ ਉੱਥੇ ਹੋਈਆਂ, ਔਰ ਉਹਦੇ 'ਤੇ ਵੀ ਕਈ ਆਪਾਂ ਵੇਖਿਆ ਕਿ ਕੋਈ ਕਾਰਵਾਈ ਨਹੀਂ ਹੋਈ। ਜਿਹੜੀਆਂ ਮੈਂ ਦੱਸ ਰਿਹਾ ਵਾਂ ਵੀ ਜਿਹੜੀ ਘਟਨਾ ਗੋਧਰਾ ਦੇ ਵਿੱਚ ਹੋਈ ਸੀ, ਉਹਦੇ ਬਾਰੇ ਇੱਕ ਔਰਤ ਜਿਹੜੀ ਆ, ਉਹਦਾ ਨਾਂ ਹੈ ਬਿਲਕਿਸ ਬਾਨੋ। ਉਹਦਾ ਕੇਸ ਤੁਹਾਨੂੰ ਕਈਆਂ ਨੂੰ ਪਤਾ ਹੀ ਵੀ ਹੋਊਗਾ। ਬਿਲਕਿਸ ਬਾਨੋ 5 ਮਹੀਨੇ ਪ੍ਰੈਗਨੈਂਟ ਸੀ ਉਸ ਵੇਲੇ, ਫਿਰ ਵੀ ਉਹਦੇ ਨਾਲ ਬਲਾਤਕਾਰ ਕੀਤਾ ਗਿਆ, ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਤਾ ਗਿਆ, ਔਰ ਫਿਰ ਕੋਈ ਦੋਸ਼ੀਆਂ ਨੂੰ ਸਜ਼ਾ ਨਹੀਂ। ਸੁਪਰੀਮ ਕੋਰਟ ਨੇ ਦਖਲ ਦਿੱਤਾ, ਫਿਰ ਇਨਕੁਆਇਰੀ ਹੋਈ, ਫਿਰ ਦੋਸ਼ੀਆਂ ਨੂੰ ਸਜ਼ਾ ਮਿਲੀ, ਔਰ ਉਹਨਾਂ ਨੂੰ ਬਾਅਦ 'ਚ ਪਿਛਲੇ ਸਾਲ ਰਿਮਿਸ਼ਨ ਦੇ ਦਿੱਤੀ ਗਈ। 14-15 ਸਾਲ ਬਾਅਦ ਬਾਹਰ ਆ ਗਏ। ਅੱਜ ਕੱਲ੍ਹ ਬਿਲਕਿਸ ਬਾਨੋ ਨੇ, ਉਹਦੇ ਸਾਥੀਆਂ ਨੇ ਅਪੀਲ ਕੀਤੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ, ਇੱਥੇ ਕੇਸ ਜਿਹੜਾ ਵਾ ਸੁਣਵਾਈ ਹੇਠ ਹੈ। ਹੁਣ ਮਨੀਪੁਰ। ਸੋ ਇਹੋ ਜਿਹੀਆਂ ਘਟਨਾਵਾਂ ਜਦੋਂ ਕਿਤੇ ਫਿਰਕੂ ਹਿੰਸਾ ਹੁੰਦੀ ਆ, ਉਦੋਂ ਜਿਹੜੀ ਮਾਈਨੋਰਿਟੀ ਕਮਿਊਨਿਟੀ ਆ, ਉਹਦੀਆਂ ਔਰਤਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ, ਕਿਉਂ ਉਹਨਾਂ ਨੂੰ ਔਜ਼ਾਰ ਬਣਾਇਆ ਜਾਂਦਾ, ਟੂਲ ਬਣਾਇਆ ਜਾਂਦਾ? ਮਨੀਪੁਰ ਦੀ ਘਟਨਾ ਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ DY ਚੰਦਰਚੂੜ ਨੇ ਨੋਟਿਸ ਲਿਆ। ਜਸਟਿਸ ਚੰਦਰਚੂੜ ਨੇ ਵੀ ਇਹੋ ਹੀ ਕਿਹਾ ਕਿ ਔਰਤਾਂ ਨੂੰ ਇਹ ਕਿਉਂ ਟੂਲ ਬਣਾਇਆ ਜਾਂਦਾ, ਔਜ਼ਾਰ ਕਿਉਂ ਬਣਾਇਆ ਜਾਂਦਾ ਵਾ? ਬਹੁਤ ਸੀਰੀਅਸ ਘਟਨਾਵਾਂ ਜਿਹੜੀਆਂ ਮਨੀਪੁਰ 2 ਔਰਤਾਂ ਨਾਲ ਬਲਾਤਕਾਰ ਹੋਇਆ। ਪਹਿਲੋਂ ਉਹਨਾਂ ਨੂੰ ਨਿਰਵਸਤਰ ਕੀਤਾ ਗਿਆ, ਨਗਰ ਪਰੇਡ ਉਹਨਾਂ ਦੀ ਕੀਤੀ ਗਈ। ਉਹਦੇ 'ਚੋਂ ਇੱਕ 20-22 ਸਾਲ ਦੀ ਆ, ਦੂਸਰੀ 40 ਸਾਲ ਦੀ ਔਰਤ ਆ। ਇਹ ਘਟਨਾ ਹੈ ਮਈ 4 ਦੀ। ਫਿਰ ਮਈ 18 ਨੂੰ ਦੂਜੇ ਥਾਂ 'ਤੇ ਜਾ ਕੇ ਵਿਚਾਰੀਆਂ ਨੇ ਆਪਣਾ ਪੁਲਿਸ ਕੇਸ ਦਰਜ ਕਰਵਾਇਆ, ਔਰ ਉਹਨਾਂ ਦਾ ਕਹਿਣਾ ਵਾ ਕਿ ਜਿਸ ਵੇਲੇ ਉਹਨਾਂ ਨਾਲ ਬਲਾਤਕਾਰ ਹੋਇਆ ਜਾਂ ਉਹਨਾਂ ਨੂੰ ਨਿਰਵਸਤਰ ਕੀਤਾ ਗਿਆ ਜਾਂ ਉਹਨਾਂ ਨਾਲ ਛੇੜਛਾੜ ਕੀਤੀ ਗਈ, ਤੇ ਉਸ ਵੇਲੇ ਪੁਲਿਸ ਉੱਥੇ ਹਾਜ਼ਰ ਸੀ। ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਮੌਬ ਹੈ, ਜਿਹੜਾ ਉਹਨਾਂ ਨੇ ਉਹਨਾਂ ਨੂੰ ਇੱਕ ਪਾਸੇ ਲਿਜਾਇਆ ਔਰ ਨਿਰਵਸਤਰ ਕਰਕੇ ਇੱਕ ਨਾਲ ਉਹਨਾਂ ਨੇ ਬਲਾਤਕਾਰ ਵੀ ਕੀਤਾ, ਗੈਂਗ ਰੇਪ ਕੀਤਾ। ਲੇਕਿਨ 18 ਮਈ ਨੂੰ ਪੁਲਿਸ ਨੂੰ ਰਿਪੋਰਟ ਮਿਲ ਜਾਂਦੀ ਹੈ, ਲੇਕਿਨ 2 ਮਹੀਨੇ ਤੇ ਕੋਈ ਕਾਰਵਾਈ ਨਹੀਂ। 3 ਦਿਨ ਪਹਿਲਾਂ ਜਦੋਂ ਵੀਡੀਓ ਵਾਇਰਲ ਹੋਈ, ਉਸ ਤੋਂ ਬਾਅਦ ਕਾਰਵਾਈ ਹੋਈ, ਔਰ ਪ੍ਰਧਾਨ ਮੰਤਰੀ ਨੂੰ ਵੀ ਕਹਿਣਾ ਪਿਆ ਕਿ ਇਸ ਘਟਨਾ ਨੇ 140 ਕਰੋੜ ਲੋਕਾਂ ਨੂੰ ਸ਼ਰਮਸਾਰ ਕੀਤਾ ਵਾ। ਪਿਛਲੇ 2 ਦਿਨ ਤੋਂ ਪਾਰਲੀਮੈਂਟ ਨਹੀਂ ਚੱਲ ਸਕੀ, ਪਾਰਲੀਮੈਂਟ 'ਚ ਹੰਗਾਮਾ ਹੁੰਦਾ ਰਿਹਾ। ਚਲੋ ਹੰਗਾਮੇ ਤਾਂ ਵਾਰੀ ਹੋਏ ਆ, ਲੇਕਿਨ ਜੋ ਹੋ ਗਿਆ, ਇਹ ਔਰਤਾਂ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਪਰਿਵਾਰ ਨੇ, ਉਹ ਇਸ ਗੱਲ ਨੂੰ ਕਿਵੇਂ ਭੁੱਲਣਗੇ? ਮੁਲਕ ਇਸ ਗੱਲ ਨੂੰ ਕਿਵੇਂ ਭੁੱਲੇਗਾ? ਅੱਜ ਵੀ ਅਸੀਂ ਬਿਲਕਿਸ ਬਾਨੋ ਦੀ ਗੱਲ ਕਰਦੇ ਹਾਂ, 1984 ਸਾਡੀਆਂ ਔਰਤਾਂ ਨਾਲ ਜੋ ਹੋਇਆ ਉਹਨਾਂ ਦੀ ਗੱਲ ਕਰਦੇ ਹਾਂ, 1947 ਦੀ ਵੰਡ ਜਿਹੜੀ ਆ ਉਹਦੇ ਬਾਰੇ ਅੱਜ ਵੀ ਚਰਚਾ ਹੁੰਦੀ ਰਹਿੰਦੀ ਹੈ। ਸੋ ਬਹੁਤ ਸੀਰੀਅਸ ਮਸਲਾ ਵਾ ਜਿਹਦੇ 'ਤੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ। ਮੇਰੀ ਗੁਜ਼ਾਰਿਸ਼ ਆ ਆਪਾਂ 2-3 ਗੱਲਾਂ 'ਤੇ ਵਿਚਾਰ ਕਰਨਾ ਵਾ ਕਿ ਇਹ ਸਾਡੀ ਮਾਨਸਿਕਤਾ ਬਾਰੇ ਕੀ ਦਰਸਾਉਂਦੀ ਆ, ਔਰਤਾਂ ਨੂੰ ਔਜ਼ਾਰ ਕਿਉਂ ਬਣਾਇਆ ਜਾਂਦਾ ਵਾ, ਔਰ ਇਹੋ ਜਿਹੀਆਂ ਘਟਨਾਵਾਂ ਨਾ ਹੋਣ ਸਾਨੂੰ ਕੀ ਕਰਨ ਦੀ ਲੋੜ ਆ, ਕਿਸ ਤਰ੍ਹਾਂ ਦੀ ਸਜ਼ਾ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਆ, ਪੁਲਿਸ ਜਿਹਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਇਹ ਕੀ ਵਜ੍ਹਾ ਵਾ ਕਿ ਰੋਜ਼ਮਰਾ ਜ਼ਿੰਦਗੀ 'ਚ ਸਾਨੂੰ ਲੱਗਦਾ ਵਾ ਵੀ ਇਨਸਾਨੀਅਤ ਹਰ ਥਾਂ 'ਤੇ ਜਾਗਦੀ ਆ। ਪੰਜਾਬ 'ਚ ਹੜ੍ਹ ਆਏ, ਲੱਗਾ ਕਿ ਬਹੁਤ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ, ਲੇਕਿਨ ਕਿਸੇ ਸਟੇਜ ਦੇ ਉੱਤੇ ਹਵਾਨੀਅਤ ਜਿਹੜੀ ਆ ਉਹ ਟੇਕ ਓਵਰ ਕਰ ਲੈਂਦੀ ਆ। ਇਹ ਵੈਸ਼ਨਿਆ ਹਰਕਤ ਜਦੋਂ ਸਾਹਮਣੇ ਆਉਂਦੀ ਆ, ਉਹ ਸਾਡੀ ਮਾਨਸਿਕਤਾ ਬਾਰੇ ਕੀ ਦਰਸਾਉਂਦੀ ਆ? ਬਹੁਤ ਸੀਰੀਅਸ ਮਸਲਾ ਵਾ। ਮੇਰੀ ਗੁਜ਼ਾਰਿਸ਼ ਆ ਕਿ ਅੱਜ ਥੋੜ੍ਹਾ ਜਿਹਾ ਬਰੀਫ ਰਿਓ, ਔਰ ਜੇ ਸਾਡੀਆਂ ਭੈਣਾਂ, ਬੀਬੀਆਂ, ਔਰਤਾਂ, ਮਾਤਾਵਾਂ ਵੀ ਇਸ
ਇਸ ਸ਼ੋਅ ਦੇ ਵਿੱਚ ਹਿੱਸਾ ਲੈ ਸਕਣ, ਆਪਣਾ ਵਿਊ ਦੱਸ ਸਕਣ ਤੇ ਬਹੁਤ ਚੰਗਾ ਹੋਊਗਾ। ਲੇਡੀਜ਼ ਵਿਊ ਪੁਆਇੰਟ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਵਾ। ਵਿਲ ਟੇਕ ਦੀ ਫਸਟ ਕਾਲ, ਦੇਖਦੇ ਪਹਿਲੇ ਕਾਲਰ ਕੀ ਕਹਿੰਦੇ ਆ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਬਰੀਫ ਹੀ ਰਹੂੰਗਾ ਸੰਧੂ ਸਾਹਿਬ। ਤੇ ਵੀ ਜਿਹੜੇ ਇਹ ਸਾਡਾ ਹਜੇ ਭਾਵੇਂ ਆਪਾਂ ਡਿਜੀਟਲ ਇੰਡੀਆ ਕਹਿ ਲਈਏ, ਐਡਵਾਂਸ ਕਹਿ ਲਈਏ, ਹਜੇ ਵੀ ਸਾਡਾ ਸਮਾਜ ਬੈਕ ਇੰਡੀਆ 'ਚ ਮਰਦ ਪ੍ਰਧਾਨ ਹੀ ਹੈ। ਤੇ ਦੇਖਿਆ ਜਾਵੇ ਨਾ, ਇਹ ਆਮ ਹੀ ਔਰਤ ਨੂੰ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਜਦੋਂ ਵੀ ਭੜਾਸ ਕੱਢਣੀ ਹੁੰਦੀ, ਕਿਸੇ ਨੇ ਬਦਲਾ ਲੈਣਾ ਹੁੰਦਾ ਜਾਂ ਕਿਸੇ ਨੂੰ ਆਪਣਾ ਜਲੀਲ ਕਰਨਾ ਹੁੰਦਾ, ਉਹਨੂੰ ਮਾਂ ਭੈਣ ਦੀ ਜਾਂ ਧੀ ਦੀ ਗਾਲ ਕੱਢੀ ਜਾਂਦੀ ਹੈ। ਇਹ ਮਤਲਬ ਵੀ ਆਪਣੇ ਪਹਿਲਾਂ ਤੋਂ ਤੁਰਿਆ ਆ, ਇਹਦੀ ਕੋਈ ਸ਼ੱਕ ਨਹੀਂ। ਤੇ ਫਿਰ ਮਤਲਬ ਵੀ ਜਦੋਂ ਵੀ ਇਹ ਹੁੰਦਾ, ਮਤਲਬ ਇਹ ਸਾਈਕੀ ਜਿਹੜੀ ਹੈ, ਜਿਵੇਂ ਤੁਸੀਂ ਕਿਹਾ ਜਿਵੇਂ ਰਾਈਟਸ ਹੁੰਦੇ ਆ ਜਾਂ ਉਹਨੂੰ ਕਿਉਂ ਸ਼ਿਕਾਰ ਬਣਾ, ਉੱਥੇ ਕਿਤੇ ਨਾ ਕਿਤੇ ਸਾਡੇ ਮਨੁੱਖ ਦੀ ਜਿਹੜੀ ਕਾਮ ਵਾਸ਼ਨਾ ਜਿਹੜੀ ਆ ਉਹ ਭੜਕਦੀ ਹੈ। ਉਹ ਵੀ ਮਤਲਬ ਇਹਦਾ ਮਤਲਬ ਸਾਡੀ ਫਿਤਰਤ 'ਚ ਅਸੀਂ ਔਰਤ ਨੂੰ ਇੱਕ ਸੈਕਸ਼ੂਅਲ ਪੁਆਇੰਟ ਤੇ ਜਾਂ ਰਿਆਸੀ ਤੌਰ ਤੇ ਦੇਖਦੇ ਆ, ਤੇ ਇਹ ਉਹ ਭਾਵਨਾ ਆਪਣੇ ਆਪ ਹੀ ਜਾਗਰ ਹੋ ਜਾਂਦੀ ਜਿਨ੍ਹਾਂ ਨੂੰ ਮੌਕਾ ਮਿਲਦਾ, ਖਾਸ ਕਰਕੇ ਰਾਈਟ ਦੇ ਵਿੱਚ। ਤੇ ਮੈਂ ਬਾਕੀ ਕਹੂੰਗਾ ਸੰਧੂ ਸਾਹਿਬ, ਇਹ ਇੱਕ ਗੱਲ ਨਹੀਂ, ਸਾਡੇ ਜਿਹੜੇ ਇੱਥੇ ਇੰਡੀਆ ਚਲੋ ਬੈਠੇ ਇੱਥੇ ਤਾਂ ਸਾਈਕੀ ਹੈਗੀ, ਇਹ ਇੱਥੇ ਵੀ ਆਈ ਹੈ। ਦੇਖੋ ਧਾਰਮਿਕ ਅਦਾਰਿਆਂ ਦੇ ਵਿੱਚ ਜਿਹੜੇ ਆਪਦੇ ਆਪ ਨੂੰ ਅਧਿਆਤਮਕ ਕਹਿੰਦੇ ਆ, ਵੀ ਉਹ ਵੀ ਇਸ ਗੱਲ ਤੋਂ ਬਚੇ ਨਹੀਂ ਆ। ਕਾਮਬਾਜ਼ ਜਿਹੜਾ ਹੈਗਾ ਵੈਸ਼ੀਆਂ ਨਾਲ ਕਾਰਜ ਕਰਦੇ ਆ। ਹੁਣ ਸੱਤੇ ਸੌਦੇ ਵਾਲੀ ਲੈ ਲਓ, ਆਸ਼ੂ ਰਾਮ ਵਾਲੀ ਲੈ ਲਓ, ਤੇ ਹੋਰ ਵੀ ਕਈ ਹੋਣਗੇ ਸੰਧੂ ਸਾਹਿਬ ਜਿਹੜੇ ਕੈਮਰੇ 'ਚ ਨਹੀਂ ਆਏ ਅਜੇ। ਬਹੁਤ ਸਾਰੀ ਲੇਡੀਜ਼ ਨੇ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ, ਵਿਚਾਰੀ ਆਪਦੀ ਇੱਜ਼ਤ ਦੀਆਂ ਮਾਰੀਆਂ, ਜਾਂ ਪੇਰੈਂਟਸ ਦਬਾਅ 'ਚ ਆ ਜਾਂਦੇ ਆ, ਜਾਂ ਉਹ ਡਰਦੇ ਮਾਰੇ ਵੀ ਇੱਜ਼ਤ ਹੋਰ ਸਾਡੀ ਇਹ ਨਹੀਂ ਆਉਂਦੇ। ਦਿੱਲੀ 'ਚ ਨਿਰਭਇਆ ਕਾਂਡ ਵਰਤਿਆ, ਤੇ ਜੇ ਇੱਥੇ ਵੀ ਕਈ ਵਾਰ ਸਾਈਕੀ ਲੈ ਆਉਂਦੇ ਆ ਸੰਧੂ ਸਾਹਿਬ। ਮੈਨੂੰ ਯਾਦ ਹੈ ਕਾਲ ਤਖਤ ਦਾ ਜਥੇਦਾਰ ਸੀ ਕੋਈ ਐਕਸ, ਉਹਦਾ ਮੁੰਡਾ ਇੱਥੇ ਕੈਨੇਡਾ ਆਇਆ ਸੀ ਪ੍ਰਚਾਰ ਕਰਨ, ਉਹਦੇ ਤੇ ਵੀ ਦੂਸ਼ਣ ਲੱਗੇ ਸੀ ਮਾਈਨਰ ਕੁੜੀ ਨੂੰ, ਤੇ ਉਹਨੇ ਤੋਂ ਰਿਪੋਰਟ ਕੀਤਾ ਸੀ। ਦੇਖੋ ਤੁਸੀਂ, ਇਹਦਾ ਮਤਲਬ ਵੀ ਸਾਡੀ ਗੱਲ ਦੂਜੀ ਮਤਲਬ ਸਾਡੇ 'ਚ ਵਰਤੀ ਹੈਗੀ ਆ, ਇਹ ਜਾਂਦੀ ਨਹੀਂ। ਭਾਵੇਂ ਕਿੰਨੇ ਵੀ ਅਸੀਂ ਧਾਰਮਿਕ ਹੋਈਏ, ਚਾਹੇ ਆਪਦੇ ਆਪ ਨੂੰ ਗਾਂਹ ਵਧੂ ਘੁਆਈਏ, ਇਹ ਗੱਲ ਸਿੱਧ ਕਰਦੀ ਆ, ਕਿਉਂਕਿ ਇਹ ਘਟਨਾਵਾਂ ਤਾਂ ਹੀ ਵਾਪਰਦੀਆਂ। ਮੈਂ ਕਹੂੰਗਾ ਜੇ ਇਹ ਸੰਧੂ ਸਾਹਿਬ, ਗਿਵ ਮੀ 1 ਸੈਕਿੰਡ ਸੰਧੂ ਸਾਹਿਬ, ਜਿਹੜੀਆਂ ਸਰਕਾਰਾਂ ਇਹ ਕਿਉਂ ਨਹੀਂ ਰੋਕਦੀਆਂ? ਕਿਉਂਕਿ ਕਾਨੂੰਨ ਸਖਤ ਨਹੀਂ ਗੇ, ਉੱਥੇ ਪੈਰਵਾਈ ਨਹੀਂ ਹੁੰਦੀ। ਦੂਜੇ ਨੰਬਰ ਤੇ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ, ਉਹ ਆਪ ਕਿੰਨੇ ਹੋਣਗੇ ਜਿਹੜੇ ਕਿ ਇਹਨਾਂ ਕੇਸਾਂ 'ਚ ਇਨਵੋਲਵ ਹੋਣਗੇ, ਉਹਨਾਂ 'ਚ ਕੇਸ ਲੱਗਦੇ ਦੂਸ਼ਣ। ਦੂਜਾ ਜਿਹੜੀਆਂ ਮੈਂ ਕਹੂੰਗਾ ਸੰਸਦ ਵਿੱਚ ਲੇਡੀਜ਼ ਨੇ ਖਾਸ ਕਰਕੇ, ਉਹ ਆਵਾਜ਼ ਨਹੀਂ ਚੁੱਕਦੀਆਂ। ਉਹ ਤਾਂ ਕਹਿੰਦੀਆਂ ਮਤਲਬ ਵੀ ਆਪਾਂ ਦੇਖਿਆ ਵੀ ਇਹ ਸਾਡੀ ਕਲਚਰ ਦਾ ਹਿੱਸਾ, ਸਾਡੀ ਸੰਸਕ੍ਰਿਤੀ ਦਾ, ਇਹ ਤਾਂ ਜੀ ਕੁੜੀਆਂ ਨੂੰ ਜੀਨਾਂ ਨਹੀਂ ਪਾਉਣੀਆਂ, ਬਾਹਰ ਨਹੀਂ ਨਿਕਲਣਾ ਚਾਹੀਦਾ। ਦੂਜੇ ਮੈਂ ਕਹੂੰਗਾ ਮਾਪਿਆਂ ਨੂੰ ਵੀ ਜ਼ਰੂਰ ਇਹ ਗੱਲ ਦੀ ਸਿੱਖਿਆ ਦੇਣੀ ਚਾਹੀਦੀ ਹੈ, ਜਦੋਂ ਤੁਸੀਂ ਬਾਹਰ ਨਿਕਲੋ ਸਮਾਜ 'ਚ, ਵੀ ਲੇਡੀਜ਼ ਨੂੰ ਘੱਟੋ ਘੱਟ ਸਨਮਾਨ ਦੇ ਤੌਰ ਤੇ, ਆਦਰ ਦੇ ਤੌਰ ਤੇ ਦੇਖੋ। ਹੋਰ ਬਹੁਤ ਕੁਛ ਸੰਧੂ ਸਾਹਿਬ ਕਹਿਣ ਵਾਸਤੇ, ਪਰ ਇੰਨਾ ਹੀ ਕਹੂੰਗਾ ਆਹ ਕਾਰਨਾਮੇ। ਥੈਂਕ ਯੂ ਸ਼ੇਰ ਸਿੰਘ ਜੀ। ਮੈਂ ਆਪਣਾ ਵੀ ਵਿਊ ਇਹਦੇ ਬਾਰੇ ਜ਼ਰੂਰ ਦੱਸੂਗਾ ਵੀ ਇਹੋ ਜਿਹੇ ਕੇਸਿਸ ਨੂੰ ਰੋਕਣ ਲਈ ਕੀ ਕਰਨ ਦੀ ਲੋੜ ਆ। ਮਨੀਪੁਰ ਦੇ ਵਿੱਚ ਕੀ ਹੋ ਕੀ ਰਿਹਾ ਵਾ, ਉਹਦੇ ਬਾਰੇ ਵੀ ਮੈਂ ਜ਼ਰੂਰ ਥੋੜ੍ਹੀ ਜਿਹੀ ਚਾਨਣ ਪਾਊਂਗਾ, ਜਿੰਨੀ ਕਿ ਮੈਨੂੰ ਜਾਣਕਾਰੀ ਆ। 3-4 ਕਮੈਂਟਸ ਜਿਹੜੇ ਨੇ ਉਹ ਫੇਸਬੁੱਕ ਤੇ ਆਏ ਨੇ, ਵੈਸੇ ਸੱਜਣ ਤੇ ਕਾਫੀ ਜੁੜ ਗਏ ਨੇ। ਦਰਸ਼ਨ ਧਾਲੀਵਾਲ ਦਾ ਕਮੈਂਟ ਹੈ ਕਿ ਪ੍ਰਧਾਨ ਮੰਤਰੀ ਅੱਜ ਕਹਿੰਦੇ ਹਨ ਕਿ ਘਟਨਾ ਨੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕੀਤਾ, ਹੁਣ ਤੱਕ ਉਹ ਕਿੱਥੇ ਸਨ? ਕਿਉਂ 2.5 ਮਹੀਨੇ ਬਾਅਦ ਨੀਂਦ ਖੁੱਲੀ? ਔਰਤ ਪਹਿਲਵਾਨਾਂ ਦੇ ਕੇਸ ਵਿੱਚ ਅੱਜ ਤੱਕ ਪ੍ਰਧਾਨ ਮੰਤਰੀ ਚੁੱਪ ਹਨ। ਦਰਸ਼ਨ ਧਾਲੀਵਾਲ ਦਾ ਇਹ ਕਮੈਂਟ ਹੈ। ਮੀਨਵਾਈਲ ਪ੍ਰੀਤ ਕਮਲ ਕਹਿ ਰਹੇ ਨੇ ਕਿ ਅਜੇ ਤਾਂ ਬਹੁਤ ਨਾਬਾਲਿਗ ਕੁੜੀਆਂ ਨਾਲ ਅਜਿਹਾ ਹੋਇਆ ਹੋਵੇਗਾ, ਸਾਨੂੰ ਪਤਾ ਨਹੀਂ, ਇੰਟਰਨੈਟ ਬੰਦ ਹੈ, ਜਾਣ ਬੁੱਝ ਕੇ ਗੋਦਰਾ ਵਾਂਗ ਖੁੱਲ੍ਹ ਦਿੱਤੀ ਗਈ ਹੈ। ਪ੍ਰੀਤ ਕਮਲ ਦਾ ਇਹ ਵਿਚਾਰ ਹੈ। ਮੀਨਵਾਈਲ ਮਿਸਕੀ ਗੁਪਤਾ ਕਹਿ ਰਹੇ ਨੇ ਕਿ ਔਰਤ ਦੀ ਕੋਖ ਹੀ ਔਰਤ ਦੀ ਦੁਸ਼ਮਣ ਬਣੀ। ਬਿਲਕੁਲ ਸਹੀ ਕਿਹਾ ਮਿਸਕੀ ਗੁਪਤਾ ਜੀ। ਪ੍ਰੀਤ ਕਮਲ ਕਹਿ ਰਹੇ ਨੇ ਗਵਰਨਰ ਵਿਚਾਰੀ ਰੋ ਰੋ ਕਹਿ ਰਹੀ ਹੈ ਕਿ ਬਚਾਓ ਮਨੀਪੁਰ ਨੂੰ। ਮੀਨਵਾਈਲ ਗੁਰਪ੍ਰੀਤ ਸੇਖੋ, ਬੰਟੂ, ਪ੍ਰਗਟ ਸਿੰਘ ਬੱਲ ਤੇ ਹੋਰ ਵੀ ਸੱਜਣ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਇਸ ਸ਼ੋਅ ਦੇ ਵਿੱਚ ਸਵਾਗਤ ਹੈ। ਮੈਂ ਨਾਲ ਇਹ ਵੀ ਦੱਸੂਗਾ ਕਿ ਮਨੀਪੁਰ 'ਚ ਹੋ ਇਸ ਵੇਲੇ ਕੀ ਰਿਹਾ ਵਾ, ਪਰ ਉਸ ਤੋਂ ਪਹਿਲਾਂ ਮੈਂ ਹੁਣ ਅਗਲੀ ਕਾਲ ਲੈ ਰਿਹਾ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ ਭਾਈ ਸਾਹਿਬ, ਆਨੇਰ ਜੀ ਤੁਸੀਂ? ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਵੈਸੇ ਤਾਂ ਤੁਸੀਂ ਸਾਰੀ ਗੱਲ ਦਾ ਚਾਨਣਾ ਪਾ ਦਿੱਤਾ ਆ। ਚਲੋ ਆਪਾਂ ਤਾਂ ਇੰਨੀ ਗੱਲ ਕਹਾਂਗੇ ਕਿ ਮਤਲਬ ਉਹਨਾਂ ਜਿਹੜੇ ਲੀਡਰ ਆ, ਜ਼ਿੰਮੇਵਾਰ ਬੰਦੇ, ਲਾਂਭ ਤਾਂ ਉਹਨਾਂ ਨੂੰ, ਉਹਨਾਂ ਦੇ ਮੁਖੀਆਂ ਨੂੰ, ਜਿਹਨਾਂ ਸਰਕਾਰਾਂ ਦੀ ਇਨਵੈਸਟੀ ਕਰਦੇ ਆ, ਜਿਨ੍ਹਾਂ ਨੇ ਸਰਕਾਰਾਂ ਬਣਾਈਆਂ, ਜਿਹੜੇ ਦੇ ਮੁਖੀ ਆ, ਉਹਨਾਂ ਦੇ ਰਿਸ਼ਤੇਦਾਰ ਜਿੰਨੇ ਉਹਨਾਂ ਨੂੰ ਅੱਜ ਵੀ ਸਪੋਰਟ ਕਰਦੇ ਆ, ਸਭ ਨੂੰ ਲਾਂਭ ਹੈ। ਧੰਨਵਾਦ। ਮਿਹਰਬਾਨੀ ਪਿਆਰਾ ਸਿੰਘ ਜੀ। ਬੜਾ ਸੀਰੀਅਸ ਇਨਸੀਡੈਂਟ ਆ। ਔਰਤਾਂ ਨੂੰ ਇਸ ਤਰ੍ਹਾਂ ਨਿਰਵਸਤਰ ਕਰਕੇ ਨਗਨ ਪਰੇਡ ਉਹਨਾਂ ਦੀ ਕਰਨੀ, ਬਲਾਤਕਾਰ ਉਹਨਾਂ ਨਾਲ ਕਰਨਾ,
ਇਹ ਸਾਡੇ ਸਮਾਜ ਵਾਸਤੇ ਸਾਡੇ ਸਾਰਿਆਂ ਵਾਸਤੇ ਬਹੁਤ ਸ਼ਰਮਸਾਰ ਗੱਲ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਜੇ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਵੀ ਇਸ ਸ਼ੋਅ 'ਚ ਹਿੱਸਾ ਲੈ ਸਕਣ, ਆਪਣਾ ਵਿਊ ਦੱਸਣ। ਅਸੀਂ ਮਰਦ ਲੋਕ ਜਿਹੜੇ ਨੇ ਡਿਸਕਸ ਕਰ ਰਹੇ ਹਾਂ, ਪਰ ਇਹ ਸਾਡੇ ਵਿੱਚ ਹੀ ਹਵਾਨੀਅਤ ਪੈਦਾ ਹੁੰਦੀ ਆ ਔਰ ਅਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਹਾਂ। ਸਾਡੇ 'ਚੋਂ ਕੁਝ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਆ। ਸੋ ਇਸ ਕਰਕੇ ਬਹੁਤ ਚੰਗਾ ਹੋਵੇਗਾ ਕਿ ਜੇ ਸਾਡੀਆਂ ਬੀਬੀਆਂ ਭੈਣਾਂ ਅੱਗੇ ਵੱਧ ਕੇ ਇਸ ਸ਼ੋਅ ਦੇ ਵਿੱਚ ਹਿੱਸਾ ਲੈ ਕੇ ਆਪਣਾ ਵਿਊ ਪੁਆਇੰਟ ਜਿਹੜਾ ਵਾ ਉਹ ਜ਼ਰੂਰ ਦੱਸਣ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਜੇ ਜੀ ਕਿ ਇਹ ਮੈਟਰ ਡਿਸਕਸ ਕਰਦੇ ਆ, ਖੁਦ ਨੂੰ ਸ਼ਰਮ ਆਉਣ ਡਈ ਅੱਜ ਕਿ ਅਸੀਂ ਕਿਹੜੀ ਗੱਲਾਂ ਡਿਸਕਸ ਕਰ ਰਹੇ ਆ ਇਸ ਹਿੰਦੁਸਤਾਨ 'ਚ, ਉਹ ਵੀ ਡਬਲ ਇੰਜਨ ਦੀ ਸਰਕਾਰ ਦੇ ਹੁੰਦਿਆਂ ਕਿ ਥੱਲੇ ਵੀ ਸਰਕਾਰ ਹੈ ਤੇ ਉੱਤੇ ਵੀ ਸਰਕਾਰ ਹੈ। ਮਨੀਪੁਰ 'ਚ ਬੀਜੇਪੀ ਦੀ ਸਰਕਾਰ ਹੈ 2017 ਤੋਂ, ਇਹੋ ਹੀ ਮੁੱਖ ਮੰਤਰੀ ਆ। ਡਬਲ ਇੰਜਨ ਕਹਿੰਦੇ ਨਾ ਜੀ, ਡਬਲ ਇੰਜਨ ਬਣਾਓ ਤੇ ਤੁਹਾਨੂੰ ਫਾਇਦੇ ਦਾਂਗੇ, ਆਮ ਪ੍ਰਚਾਰ ਕਰਦੇ ਆ ਜੀ। ਤੇ ਡਬਲ ਇੰਜਨ ਦੀ ਸਰਕਾਰ। ਕਮਾਲ ਤੇ ਸੰਧੂ ਸਾਹਿਬ ਉਸਲੇ ਹੋਈ ਹੈ ਜਿਸਲੇ ਕਿ 2 ਮਹੀਨੇ ਪਹਿਲੇ ਉਹਦਾ ਸੀਐਮ ਆਪਣਾ ਹੈਗਾ, ਉਹਨੇ ਇਨਫੋਰਮ ਨਹੀਂ ਕੀਤਾ ਕਿ ਇਹ ਕੁਝ ਹੋਇਆ ਇੱਥੇ, ਔਰ ਉਹਦੇ ਬਾਵਜੂਦ ਉਹ ਬਿਆਨ ਦੇਣ ਡਿਆ। ਇਹੋ ਜਿਹੇ ਬੜੇ ਹੋਰ ਕੇਸ ਵੀ ਹੈ, ਅਗਰ ਤੁਸੀਂ ਧਿਆਨ ਨਾਲ ਸੀਐਮ ਦੀ ਗੱਲ ਸੁਣੋ, ਉਹ ਕਹਿੰਦਾ ਹੋਰ ਵੀ ਕੇਸ ਹੈਗੇ। ਦੈਟ ਮੀਨਸ I mean it's really hard to listen all these things। ਪਰ ਫਿਰ ਦੂਸਰੀ ਬਾਰੇ ਮੈਨੂੰ ਇੱਕ ਹੋਰ ਆਂਦਾ ਕਿ ਸੀਐਮ ਆਪਣਾ ਪੀਐਮ ਦੀ ਵਜ਼ਾਰਤ 'ਚ ਕਿੰਨੀਆਂ ਲੇਡੀਜ਼ ਹੈਗੀਆਂ ਜਿਹੜੀਆਂ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ 2 ਮਹੀਨੇ ਪਹਿਲਾਂ ਕਿ ਕੀ ਹੋ ਰਿਹਾ ਇੱਥੇ, ਕਿਉਂ ਨਹੀਂ ਕਮੈਂਟ ਦੇਣ ਡਈਆਂ। ਫਿਰ ਉਹ ਜਿਹੜੀ ਬਾਦਲ ਦੀ ਵੋਟੀ ਹੈ, ਸੁਖਬੀਰ ਦੀ ਵੋਟੀ, ਉਹਦੇ ਬਿਆਨ ਕਿੱਧਰ ਗਏ ਜੀ? ਉਹ ਕਿਉਂ ਨਹੀਂ ਕ੍ਰੈਡਿਟ ਨੂੰ? ਕਿਉਂਕਿ ਉਹਨਾਂ ਨੇ ਕੁਛ ਲੈਣਾ, ਵਜ਼ਾਰਤ ਲੈਣੀ ਹੈ ਕਿ ਇਹਨਾਂ ਨੂੰ ਸ਼ਰੇਆਮ ਕ੍ਰਿਟਿਸਾਈਜ਼ ਵੀ ਨਹੀਂ ਕਰ ਸਕਦੇ ਪਏ। ਕਮਾਲ ਹੱਦ ਹੋ ਗਈ ਹੈ। ਔਰ ਦੂਸਰੀ ਗੱਲ ਇਹ ਜੀ, ਇਹ ਜਿੱਥੇ ਵੀ ਇਹ ਗੱਲਾਂ ਹੋਈਆਂ ਇਹਨਾਂ ਨੂੰ ਕਿਉਂ ਜੇ ਦੂਸਰੀ ਬੰਨੇ ਕੋਈ ਹੋਰ ਇਹਦੀ ਸਰਕਾਰ ਹੁੰਦੀ, ਡਬਲ ਇੰਜਨ ਦੀ ਨਾ ਹੁੰਦੀ, ਅੱਜ ਤੱਕ ਉੱਥੇ ਰਾਸ਼ਟਰਪਤੀ ਲੱਗਾ ਹੁੰਦਾ ਤੇ ਇਹਨਾਂ ਨੇ ਆਰਮੀ ਭੇਜੀ ਹੁੰਦੀ। ਇੱਥੇ ਕਿਉਂ ਨਹੀਂ ਆਰਮੀ ਭੇਜੀ ਗਈ ਜੀ? ਕਿਉਂ ਬਰਦਾਸ਼ਤ ਕੀਤਾ ਗਿਆ ਇਹ ਸਾਰਾ ਕੁਝ? ਕੀ ਮਤਲਬ ਸੀ ਬਰਦਾਸ਼ਤ ਕਰਨ ਦਾ? ਆਰਮੀ ਤੇ ਖੈਰ ਭੇਜੀ ਗਈ ਆ, ਪਰ ਬੜੀ ਲੇਟ ਭੇਜੀ ਗਈ ਆਰਮੀ। ਸਮ੍ਰਿਤੀ ਇਰਾਨੀ ਆ, ਉਹ ਕਿੱਧਰ ਗਈ? ਖੱਪ ਆਂਦੀ ਸੀ ਕਿ ਮੈਂ ਵੇਖਣ ਵਾਲੀ, ਉਹ ਕਿਉਂ ਨਹੀਂ ਖੱਪ ਆਣ ਡਈ? ਆਰਮੀ ਰਾਸ਼ਟਰਪਤੀ ਰਾਜ ਲਾਣ ਜੀ, ਕਿਉਂ ਨਹੀਂ ਲਾਣ ਰਾਸ਼ਟਰਪਤੀ ਰਾਜ ਜੀ ਇੱਥੇ? ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਹੈ, ਇਸ ਕਰਕੇ। ਥੈਂਕ ਯੂ। ਇਟਸ ਟੂ ਮਚ। ਥੈਂਕ ਯੂ ਜੀ। ਥੈਂਕ ਯੂ। ਐਨ ਬਿਰਨ ਸਿੰਘ ਉੱਥੋਂ ਦੇ ਮੁੱਖ ਮੰਤਰੀ ਨੇ, 2017 'ਚ ਪਹਿਲਾਂ ਚੁਣੇ ਗਏ, ਉਹ 2022 ਦੇ ਵਿੱਚ ਦੁਬਾਰਾ ਮੁੱਖ ਮੰਤਰੀ ਚੁਣੇ ਗਏ। ਸੋ ਉਹਨਾਂ ਦੀ ਮਲਹੋਤਰਾ ਸਾਹਿਬ ਕਹਿ ਰਹੇ ਨੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ। ਰਜਿੰਦਰਜੀਤ ਸਿੰਘ ਸੀਰਾ ਦਾ ਕਮੈਂਟ ਹੈ ਸਾਡੀ ਸਕਰੀਨ ਤੇ, ਕਿਤੇ ਨਾ ਕਿਤੇ ਕੁਦਰਤ ਦੇ ਢਾਂਚੇ ਦੀ ਖਰਾਬੀ ਤੋਂ ਕਿ ਗੰਦੇ ਖਿਆਲ ਇਨਸਾਨ ਦੇ ਦਿਮਾਗ 'ਚ ਆਉਂਦੇ ਨੇ। ਪ੍ਰੀਤ ਕਮਲ ਕਹਿ ਰਹੇ ਨੇ ਜਿਹੜੇ ਕਾਲਰ ਕਹਿ ਰਹੇ ਨੇ ਮੋਦੀ ਦਾ, ਪ੍ਰਧਾਨ ਮੰਤਰੀ ਮੋਦੀ ਦਾ ਇੰਟਰਨੈਸ਼ਨਲ ਲੈਵਲ ਤੇ ਡੰਕਾ ਵੱਜ ਰਿਹਾ ਵਾ, ਉਹ ਦੇਖ ਲੈਣ ਕਿ ਮੁਲਕ ਦੇ ਵਿੱਚ ਕੀ ਹੋ ਰਿਹਾ ਵਾ। ਮਿਸਕੀ ਗੁਪਤਾ, ਮਾਨਸਾ ਵਿੱਚ ਵੀ ਔਰਤ ਨੂੰ ਅੱਗੇ ਕਰਕੇ ਝੋਟੇ ਤੇ ਪਰਚਾ ਦਰਜ ਕੀਤਾ ਗਿਆ। ਪੁਲਿਸ ਵੀ ਔਰਤਾਂ ਦੀ ਦੁਰਵਰਤੋਂ ਕਰਦੀ ਹੈ। ਮਾਨਸੇ ਦਾ ਐਗਜ਼ਾਮਪਲ ਜਿਹੜਾ ਉੱਥੇ ਜਿਹੜਾ ਡਰੱਗਸ ਦੇ ਖਿਲਾਫ ਕੈਂਪੇਨ ਕਰ ਰਿਹਾ ਸੀਗਾ ਕੋਈ ਸੱਜਣ, ਉਹਦੇ ਬਾਰੇ ਮਿਸਕੀ ਗੁਪਤਾ ਗੱਲ ਕਰ ਰਹੇ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਸੰਧੂ ਜੀ। ਸੰਧੂ ਸਾਹਿਬ, ਕਾਰਨ ਤੇ ਤਾਂ ਮੈਂ ਫੇਰ ਆਊਂਗਾ ਵੀ ਇਹ ਹੁੰਦਾ ਕਿਉਂ। ਪਹਿਲਾਂ ਮੈਂ ਦੱਸਾਂ ਵੀ ਸਾਡੇ ਵਾਸਤੇ ਜਾਂ ਸਾਡੇ ਦੇਸ਼ ਦੇ ਸਿਸਟਮ ਵਾਸਤੇ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਗ੍ਰਹਿ ਮੰਤਰੀ ਨਾਲ ਪੁਲਿਸ ਅਟੈਚ ਨਹੀਂ ਹੁੰਦੀ। ਆਲ ਇੰਡੀਆ ਦੇ ਡੀਜੀਪੀ ਗ੍ਰਹਿ ਮੰਤਰੀ ਨਾਲ ਨਹੀਂ ਅਟੈਚ ਹੁੰਦੇ। ਡੀਜੀਪੀ ਦੇ ਥੱਲੇ ਐਸਐਸਪੀ ਅਟੈਚ ਨਹੀਂ ਹੁੰਦੇ। ਲਾਗੇ ਪੁਲਿਸ ਖੜੀ ਸੀ ਜਦੋਂ ਔਰਤ ਨੂੰ ਨੰਗਿਆਂ ਕਰਕੇ ਘੁਮਾਇਆ ਗਿਆ। ਕੀ ਕੌਣ ਜ਼ਿੰਮੇਵਾਰ ਆ? ਅਫਸਰ ਜ਼ਿੰਮੇਵਾਰ ਨਹੀਂ ਗੇ। ਫਿਰ ਦੂਜੀ ਗੱਲ, 70 ਦਿਨ ਬਾਅਦ ਵੀਡੀਓ ਵਾਇਰਲ ਹੁੰਦੀ ਹੈ, ਫਿਰ ਕਾਰਵਾਈ ਹੁੰਦੀ ਹੈ। ਜੇ ਵੀਡੀਓ ਨਾ ਬਣੀ ਹੁੰਦੀ ਫਿਰ ਤਾਂ ਕਾਰਵਾਈ ਭਾਵੇਂ ਹੁੰਦੀ ਹੀ ਨਾ, ਫਿਰ ਕਿੱਥੋਂ ਹੋਣੀ? ਰਹੀ ਗੱਲ ਵੀ ਔਰਤ ਨਾਲ ਸ਼ੋਸ਼ਣ ਕਰਨ ਦੀ, ਵੀ ਕਿਉਂ ਹੁੰਦਾ? ਮੈਂ ਸਮਝਦਾ ਇਹਦੇ ਵਿੱਚ ਸਾਡੇ ਇਨਸਾਨ ਦੀ ਧਾਰਮਿਕ ਬਿਰਤੀ ਹੈ। ਧਾਰਮਿਕ ਤੌਰ ਤੇ ਜਿਹੜੇ ਧਰਮ ਇਹ ਦੱਸਦੇ ਆ ਵੀ ਔਰਤ ਤੁਹਾਡੇ ਬਰਾਬਰ ਨਹੀਂ ਗਈ, ਔਰਤ ਤੁਹਾਡੇ ਪੈਰ ਦੀ ਜੁੱਤੀ ਆ, ਤੇ ਜੁੱਤੀ ਨਾਲ ਤਾਂ ਫਿਰ ਅਗਲਾ ਜਿਹੋ ਜਿਹੀ ਮਰਜ਼ੀ ਵਿਹਾਰ ਕਰੂਗਾ। ਜਿੰਨਾ ਚਿਰ ਅਸੀਂ ਨਹੀਂ ਬਾਬੇ ਨਾਨਕ ਜਾਂ ਫਲਸਫਾ ਪ੍ਰਚਾਰ ਦੇ ਵੀ ਸੋ ਕੋ ਬੰਦਾ ਕਿ ਜਿੱਤ ਜੰਮੇ ਰਾ ਜਾਣ, ਜਿੰਨਾ ਚਿਰ ਅਸੀਂ ਬਰਾਬਰ ਦਾ ਦਰਜਾ ਨਹੀਂ ਦਿੰਦੇ ਔਰਤ ਨੂੰ, ਫਿਰ ਤਾਂ ਉਹ ਜੁੱਤੀ ਨਾਲ ਜੋ ਮਰਜ਼ੀ ਕਰਨਗੇ। ਕਈ ਐਸੇ ਮੰਦਰ ਨੇ ਜਿੱਥੇ ਔਰਤ ਨੂੰ ਕਈ ਵਿਸ਼ੇਸ਼ ਦਿਨ ਹੁੰਦੇ, ਉਹਨਾਂ ਦਿਨਾਂ ਦੇ ਵਿੱਚ ਮੱਥਾ ਟੇਕਣ ਨਹੀਂ ਜਾਣ ਦਿੱਤਾ ਜਾਂਦਾ। ਤੇ ਰਹੀ ਗੱਲ, ਸਾਡੀਆਂ ਡਿਸਿਪਲਿਨ ਫੋਰਸਾਂ ਵੀ ਔਰਤਾਂ ਦਾ ਸ਼ੋਸ਼ਣ ਕਰਦੀਆਂ ਨੇ। ਜੰਮੂ ਕਸ਼ਮੀਰ 'ਚ ਵੀ ਹੁੰਦਾ, ਮਣੀਪੁਰ 'ਚ ਵੀ ਹੁੰਦਾ। ਮੇਰੇ ਖਿਆਲ ਮੁਤਾਬਕ ਜੇ ਤੁਹਾਨੂੰ ਯਾਦ ਹੋਵੇ 2006 ਦੀ ਜਾਂ 7 ਦੀ ਘਟਨਾ ਵਾ, ਔਰ ਆਰਮੀ ਦੇ ਜਵਾਨ ਜਾਂ ਆਰਮੀ ਦੇ ਅਫਸਰ ਉੱਥੇ ਬਲਾਤਕਾਰ ਕਰਦੇ ਸੀ ਮਣੀਪੁਰ ਦੀਆਂ ਔਰਤਾਂ ਦਾ। ਤੇ ਮਣੀਪੁਰ ਦੀਆਂ ਔਰਤਾਂ ਨੇ ਨੰਗੀਆਂ ਹੋ ਕੇ 150 ਤੋਂ 200 ਔਰਤਾਂ ਨੇ
ਫੌਜੀ ਜਿਹੜੀ ਛਾਉਣੀ ਆ ਫੌਜ ਦੀ ਉਹਦੇ ਬਾਹਰਲੇ ਬੰਨੇ ਧਰਨਾ ਦਿੱਤਾ ਸੀ। ਅਜੇ ਉਹ ਤੁਹਾਨੂੰ ਸੋਸ਼ਲ ਸਾਈਟਾਂ ਤੇ ਫੋਟੋਆਂ ਦਿਸ ਜਾਣਗੀਆਂ ਗੂਗਲ ਦੇ ਉੱਤੇ। ਉਹਨਾਂ ਧਰਨਾ ਨਗਨ ਹੋ ਕੇ ਦਿੱਤਾ ਵੀ ਆਓ ਸਾਡੇ ਨਾਲ ਰੇਪ ਕਰੋ। ਤੁਸੀਂ ਕਮਾਲ ਕਰਦੇ ਜੇ ਵੀ ਰੋਜ਼ ਸਾਨੂੰ ਤੁਸੀਂ ਤੰਗ ਕਰਦੇ ਪਰੇਸ਼ਾਨ ਕਰਦੇ ਜੇ। ਸ਼ਰਮ ਨਹੀਂ ਆਉਂਦੀ? ਸਾਨੂੰ ਆਉਣੀ ਚਾਹੀਦੀ ਸਾਡੇ ਦੇਸ਼ ਨੂੰ, ਜਿੱਥੇ ਚਲੋ ਆਮ ਪਬਲਿਕ ਜਿਨ੍ਹਾਂ ਨੂੰ ਨਿਯਮਾਂ ਬਾਰੇ ਜਾਂ ਨਹੀਂ ਪਤਾ, ਜਿੱਥੇ ਡਿਸਪਲਿਨ ਫੋਰਸਾਂ ਵੀ ਇਹੋ ਜਿਹੇ ਕੰਮ ਕਰਦੀਆਂ, ਉਹਨਾਂ ਦਾ ਰੱਬ ਹੀ ਰਾਖਾ ਦੇਖਦਾ। ਕਿ ਗ੍ਰਹਿ ਮੰਤਰੀ ਇਹਦੇ 'ਚ ਜਵਾਬ ਦੇਣੀ ਚਾਹੀਦੇ ਵੀ ਮੇਰੀ ਫੋਰਸ ਉੱਥੇ ਖੜੀ ਸੀ, ਫੋਰਸ ਦੇ ਸਾਹਮਣੇ ਇੱਕ ਔਰਤ ਨੂੰ ਨੰਗਿਆ ਕਰਕੇ। ਬਿਲਕੁਲ ਠੀਕ ਹੈ ਦਲਜੀਤ ਜੀ। ਇਸ ਕੇਸ ਦੇ ਵਿੱਚ ਇੱਕ ਲੜਕੀ ਨੇ ਬਿਆਨ ਦਿੱਤਾ ਵਾ ਕਿ ਉਹਨੂੰ ਪੁਲਿਸ ਦੀ ਕਸਟਡੀ ਦੇ ਪ੍ਰੈਜ਼ੈਂਸ ਦੇ ਵਿੱਚੋਂ ਮੌਬ ਨੇ ਇਹਨਾਂ ਨੂੰ ਇੱਕ ਪਾਸੇ ਲਿਜਾ ਕੇ ਉਹਨਾਂ ਨਾਲ ਇਹ ਸਭ ਕੁਝ ਕੀਤਾ। ਤੇ ਠੀਕ ਆ, ਜਦੋਂ ਪੁਲਿਸ ਦੀ ਕਸਟਡੀ ਦੇ ਵਿੱਚੋਂ ਤੂਗੇ ਲੈ ਗਈ, ਫਿਰ ਲੋਕੀ ਸੇਵ ਕਿੱਥੇ ਨੇ? ਇਹ ਕੋਈ ਗਜਨੀ ਥੋੜਾ ਵੀ ਅਹਿਮਦ ਸ਼ਾਹ ਅਬਦਾਲੀ ਸਾਡੀਆਂ ਲੜਕੀਆਂ ਲੈ ਜੂਗਾ ਤੇ ਉੱਥੇ ਨੰਗੀਆਂ ਕਰਕੇ ਫਿਰੂਗਾ। ਹੁਣ ਕਾਨੂੰਨ ਦਾ ਰਾਜ ਆ, ਦੇਸ਼ ਆ, ਡੈਮੋਕ੍ਰੇਸੀ ਆ, ਕਿੱਥੇ ਨੇ ਅਫਸਰ, ਕਿੱਥੇ ਨੇ ਦੇਸ਼ ਦੀ ਨਿਆਂ ਪ੍ਰਣਾਲੀ? ਬਿਲਕੁਲ ਠੀਕ ਹੈ। ਥੈਂਕ ਯੂ ਦਰਸ਼ਨ ਦਲਜੀਤ ਸਿੰਘ ਜੀ। ਦਰਸ਼ਨ ਧਾਲੀਵਾਲ ਸਾਡੇ ਨਾਲ ਫੇਸਬੁੱਕ ਤੇ ਉਹਨਾਂ ਦਾ ਕਮੈਂਟ ਆਇਆ ਕਿ ਡੀਂਗਾ ਮਾਰਦੇ ਹਨ ਕਿ ਭਾਰਤ ਦੁਨੀਆ ਦੀ 5ਵੀਂ ਆਰਥਿਕ ਪਾਵਰ ਹੈ। ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜੇ ਇਹ ਸਭ ਕੁਝ ਹੋਣ ਦੇ ਰਿਹਾ, ਇਹਨੂੰ ਬਰਦਾਸ਼ਤ ਕਰ ਰਹੇ ਆ ਔਰ ਚੁੱਪ ਨੇ, ਇਹਦੇ ਤੇ ਬਿਆਨ ਵੀ ਨਹੀਂ ਦਿੰਦੇ। ਦਵਿੰਦਰ ਲੋਪੋਂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ। ਹਾਂਜੀ, ਮੈਂ ਮਾਸਟਰ ਸਵਰਨ ਸਿੰਘ ਬੋਲ ਜੀ ਮਾਸਟਰ ਜੀ। ਹਾਂਜੀ, ਬੜੀ ਇਹ ਦੇਖੋ ਅਸੀਂ ਕਿਹੜੀ ਸਦੀ ਵਿੱਚ ਰਹਿ ਰਹੇ ਹਾਂ ਕਮਰ ਸੰਧੂ ਜੀ। ਜੀ ਇਹ 21ਵੀਂ ਸਦੀ ਆ, ਕਹਿੰਦੇ ਜੀ ਇਹ ਲੋਕਾਂ ਦੇ ਵਿੱਚ ਬੜੀ ਜਾਗਰੂਕਤਾ ਆ ਗਈ ਹੈ ਤੇ ਕਾਨੂੰਨ ਦਾ ਰਾਜ ਹੋਵੇਗਾ, ਐ ਹੋਵੇਗਾ, ਜਿਉਂ ਹੋਵੇਗਾ। ਇਹ ਬੜੀ ਦੇਖੋ ਸ਼ਰਮ ਦੀ ਗੱਲ ਹੈ, ਜਿਵੇਂ ਪਹਿਲਾਂ ਵੀ ਕਈ ਵਾਰ ਕਾਲਰ ਕਹਿ ਚੁੱਕੇ ਨੇ। ਅਸੀਂ ਕਿਹੜੇ ਯੁੱਗ ਦੇ ਵਿੱਚ ਰਹਿ ਰਹੇ ਹਾਂ? ਤੇ ਦੂਜੀ ਗੱਲ ਇਹ ਆ ਵੀ ਮੈਨੂੰ ਇਹ ਗੱਲ ਦਾ ਪਤਾ ਨਹੀਂ ਵੀ ਇਹ ਗੱਲ ਕਿਵੇਂ ਹੋਈ ਆ, ਵੀ ਇਹ ਗੱਲ ਦਾ ਕਾਰਨ ਕੀ ਬਣਿਆ ਵੀ ਉਹ ਇਸ ਤਰ੍ਹਾਂ ਦਾ ਘਟਨਾਕ੍ਰਮ ਹੋਇਆ। ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਜੀ ਇੱਕ ਦਿਨ, ਬਈ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਹੋਇਆ, ਉਹ ਕੁੜੀ ਜਿਹੜੀ ਇੱਕ ਜੱਜ ਦੇ ਘਰ ਕੰਮ ਕਰਦੀ ਸੀ, ਉਹਨੂੰ ਨਿਰਵਸਤਰ ਕਰਕੇ ਕੁੱਟਿਆ ਗਿਆ ਜੈਂਟਸ ਪੁਲਿਸ ਬੰਦਿਆਂ ਵੱਲੋਂ। ਵੀ ਉਹਦੇ ਬਾਰੇ ਤੁਸੀਂ ਵੀ ਲਿਆਇਓ, ਬਈ ਤੁਸੀਂ ਉਹ ਲਿਆਏ ਹੋ ਕਿ ਨਹੀਂ ਲਿਆਏ, ਮੈਨੂੰ ਪਤਾ ਨਹੀਂ। ਕਈ ਵਾਰੀ ਮੇਰੇ ਤੋਂ ਇਹ ਤੁਹਾਡਾ ਪ੍ਰੋਗਰਾਮ ਮਿਸ ਹੋ ਜਾਂਦਾ ਤੇ ਇਹ ਗੱਲ ਦਾ ਪੜਤਾਲ ਕਰਨੀ ਚਾਹੀਦੀ ਹੈ। ਦੂਜੀ ਗੱਲ ਇਹ ਮੈਨੂੰ ਦੱਸਿਓ ਵੀ ਇਹ ਘਟਨਾਕ੍ਰਮ ਵਾਪਰਿਆ ਕਿਵੇਂ, ਇਹਦਾ ਸ਼ੁਰੂਆਤ ਕਿਵੇਂ ਹੋਈ? ਸ਼ੋਰ ਥੈਂਕ ਯੂ ਜੀ ਮਾਸਟਰ ਜੀ। ਮੈਂ ਦੱਸੂਗਾ, ਆਪਣਾ ਵਿਊ ਵੀ ਦੱਸੂਗਾ ਔਰ ਉੱਥੇ ਕੀ ਹੋ ਕੀ ਰਿਹਾ ਵਾ ਉਹਦੇ ਬਾਰੇ ਉਹਦੇ ਤੇ ਵੀ ਚਾਨਣਾ ਜ਼ਰੂਰ ਥੋੜ੍ਹਾ ਬਹੁਤ ਜਿੰਨਾ ਕੁ ਮੈਨੂੰ ਜਾਣਕਾਰੀ ਹੈ ਮੈਂ ਪਾਊਂਗਾ। ਮੀਨਵਾਈਲ ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਆਇਆ ਕਿ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਜਿਹੜੀਆਂ ਵਾ ਘਿਨਾਉਣੀਆਂ ਘਟਨਾਵਾਂ ਵਾਪਰੀਆਂ ਵਾ। ਸਰਕਾਰੀ ਤੇ ਰਾਜਨੀਤਿਕ ਪੁਸ਼ਤ ਪੁਨਾਹੀ ਬਰਾਬਰ ਦੀ ਜ਼ਿੰਮੇਵਾਰ ਹੈ। ਔਰਤ ਵਾਸਤੇ ਸਾਡੇ ਦੇਸ਼ ਵਿੱਚ ਕੁਝ ਨਹੀਂ ਬਦਲਿਆ। ਭਾਰਤੀ ਮਰਦ ਦੀ ਔਰਤ ਪ੍ਰਤੀ ਮੰਦ ਭਾਵਨਾ ਜਗ ਜ਼ਾਹਿਰ ਹੋ ਰਹੀ ਹੈ। ਹਰ ਭਾਰਤੀ ਨੂੰ ਸ਼ਰਮਸਾਰ ਹੋਣਾ ਚਾਹੀਦਾ। ਬਿਲਕੁਲ ਠੀਕ ਗੱਲ ਹੈ ਜੀ। ਪ੍ਰੀਤ ਕਮਲ ਸਾਡੇ ਸ਼ੋਅ ਦੀ ਤਾਰੀਫ ਕਰ ਰਹੇ, ਬਹੁਤ ਬਹੁਤ ਮਿਹਰਬਾਨੀ ਪ੍ਰੀਤ ਕਮਲ ਜੀ। ਮੈਂ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਮਨੀਪੁਰ ਦੀ ਗੱਲ ਕਰ ਰਹੇ ਹਾਂ, ਜਿੱਥੇ 2 ਔਰਤਾਂ ਨੂੰ ਨਿਰਵਸਤਰ ਕਰਕੇ ਉਹਨਾਂ ਦਾ ਨਗਨ ਪਰੇਡ ਕੀਤੀ ਗਈ। ਬਹੁਤ ਮੰਦਭਾਗੀ ਗੱਲ ਹੈ, ਸ਼ਰਮਸਾਰ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਵਾ। ਇਹਦੇ 'ਤੇ ਵਿਚਾਰ ਚਰਚਾ ਕਰ ਰਹੇ ਹਾਂ। ਮੇਰੀ ਗੁਜ਼ਾਰਿਸ਼ ਹੈ ਕਿ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਮੈਂ ਧੀਆਂ, ਉਹ ਵੀ ਜ਼ਰੂਰ ਇਸ ਸ਼ੋਅ ਦੇ ਵਿੱਚ ਹਿੱਸਾ ਲੈਣ, ਆਪਣਾ ਵਿਊ ਜ਼ਰੂਰ ਦੱਸਣ ਵੀ ਇਹਦੇ 'ਤੇ ਇਹੋ ਜਿਹੀਆਂ ਘਟਨਾਵਾਂ 'ਤੇ ਉਹਨਾਂ ਦੀ ਫੀਲਿੰਗ ਤਾਂ ਅਸੀਂ ਸਮਝ ਸਕਦੇ ਹਾਂ, ਪਰ ਉਹਨਾਂ ਨੂੰ ਕੀ ਲੱਗਦਾ ਵਾ ਵੀ ਇਹ ਕੀ ਕਰਨ ਦੀ ਲੋੜ ਹੈ। ਪਾਰਲੀਮੈਂਟ ਦੇ ਵਿੱਚ ਵੀ ਜਿਹਦੀ ਗੂੰਜ ਸੁਣ ਰਹੀ ਹੈ, ਉੱਥੇ ਕਾਫੀ ਹੰਗਾਮਾ ਹੋਇਆ ਇਸ ਗੱਲ ਨੂੰ ਲੈ ਕੇ। ਪ੍ਰਧਾਨ ਮੰਤਰੀ ਨੂੰ ਇਹਦੇ ਬਾਰੇ ਸਟੇਟਮੈਂਟ ਦੇਣੀ ਪਈ ਔਰ ਵਿਰੋਧੀ ਧਿਰ ਮੰਗ ਕਰ ਰਹੇ ਨੇ ਕਿ ਪਾਰਲੀਮੈਂਟ ਦੇ ਵਿੱਚ ਇਹਦੇ 'ਤੇ ਇੱਕ ਬਹਿਸ ਹੋਵੇ। ਦੇਖਦੇ ਹਾਂ ਕਿ ਬਹਿਸ ਅਗਲੇ ਦਿਨਾਂ 'ਚ ਹੁੰਦੀ ਹੈ ਕਿ ਨਹੀਂ। ਕਾਫੀ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦੀ ਕਾਲ ਲੈਣ ਤੋਂ ਪਹਿਲਾਂ ਮੈਂ ਹਰਜਿੰਦਰਪਾਲ ਸਿੰਘ ਦਾ ਕਮੈਂਟ ਪੜ੍ਹਨਾ ਚਾਹੁੰਦਾ ਵਾਂ। ਉਹਨਾਂ ਨੇ ਫੇਸਬੁੱਕ ਤੇ ਲਿਖਿਆ ਵਾ, ਕੁਛ ਤੋਂ ਹੈ ਜਿਸकी ਪਰਦੇਦਾਰੀ ਹੈ, ਗਵਰਨਰ ਦੀ ਰਿਪੋਰਟ ਦੇ ਬਾਵਜੂਦ ਸਰਕਾਰ ਨੂੰ ਬਰਖਾਸਤ ਨਾ ਕਰਨਾ, ਇੱਥੋਂ ਤੱਕ ਕਿ ਮੁੱਖ ਮੰਤਰੀ ਤੱਕ ਨੂੰ ਨਾ ਬਦਲਣਾ ਸਮਝ ਤੋਂ ਪਰੇ ਹੈ। ਬਿਲਕੁਲ ਕਾਰਵਾਈ, ਸਖਤ ਕਾਰਵਾਈ ਮੁੱਖ ਮੰਤਰੀ ਨੂੰ ਵੀ ਬਦਲਣਾ ਚਾਹੀਦਾ ਸੀ ਔਰ ਹੋਰ ਵੀ ਕਾਰਵਾਈ ਹੋਣੀ ਚਾਹੀਦੀ ਸੀ। ਗਵਰਨਰ ਦੀ ਜੇ ਰਿਪੋਰਟ ਆਈ ਆ ਤੇ ਉਹਦੇ 'ਤੇ ਜ਼ਰੂਰ ਇਸ ਕੇਸ ਦੇ ਵਿੱਚ ਤੇ ਡੈਫੀਨੇਟਲੀ ਉਹਦੇ 'ਤੇ ਉਹਦੀ ਪਾਲਣਾ ਕਰਨੀ ਚਾਹੀਦੀ ਸੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ, ਪ੍ਰੇਮਪੁਰਾ ਜੀ। ਸੰਧੂ ਸਾਹਿਬ ਕੀ ਬੋਲੇ ਬੰਦਾ ਇਹੋ ਜਿਹੀ ਘਟਨਾ ਤੇ ਜੀ, ਸਾਰੀ ਮਨੁੱਖਤਾ ਸ਼ਰਮਸਾਰ ਹੋਈ ਹੈ ਜੀ। ਤੇ ਇਹ ਡਬਲ ਇੰਜਨ ਦੀ ਸਰਕਾਰ ਦਾ ਸਾਨੂੰ ਸੈਂਪਲ ਮਿਲਿਆ ਤੇ ਜਿਹੜੇ ਰੌਲਾ ਪਾਉਂਦੇ ਨੇ ਨਾ ਹਿੰਦੂ ਰਾਸ਼ਟਰ, ਇਹ ਸਾਨੂੰ ਉਹਨਾਂ
ਹਿੰਦੂ ਰਾਸ਼ਟਰ ਦਾ ਸੈਂਪਲ ਦਿੱਤਾ, ਅੱਗੋਂ ਪਬਲਿਕ ਨੂੰ ਚਾਹੀਦਾ ਵੀ ਅਸੀਂ ਕਿੱਧਰ ਨੂੰ ਜਾਣਾ। ਹੋਰ ਮੈਂ ਕੀ ਕਰ ਸਕਣਾ? ਇਹ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉੱਥੋਂ ਹੋ ਕੇ ਆਇਆ, ਇਹਨਾਂ ਦੇ ਤੇ ਜਿਵੇਂ ਕਹਿੰਦੇ ਨੇ ਕੋਈ ਜਿਵੇਂ ਛੜਾ ਰਾਜ ਕਰਦਾ, ਵੀ ਧੀ ਭੈਣ ਹੈ ਹੀ ਨਹੀਂ, ਇਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਰਹਿ ਗਈ। ਸਹੀ ਕੀ ਕਹਿ ਸਕਦੇ ਆ? ਡੁੰਮਰ ਨਾਲ ਕੰਮ ਕੀਤਾ। ਬਿਲਕੁਲ ਜੀ, ਥੈਂਕ ਯੂ, ਬਹੁਤ ਦੁੱਖ ਦੀ ਗੱਲ। ਥੈਂਕ ਯੂ ਪ੍ਰੇਮਪੁਰਾ ਜੀ। ਸਾਡੇ ਬਹੁਤ ਸਾਰੇ ਕਾਲਰ ਜਿਹੜੇ ਨੇ ਉਹ ਦੁੱਖ ਦਾ ਇਜ਼ਹਾਰ ਕਰ ਰਹੇ ਨੇ, ਔਰ ਉਹਦਾ ਗੁੱਸਾ ਜਿਹੜਾ ਵਾ ਉਹ ਉਹਨਾਂ ਦੀ ਬੇਚੈਨੀ ਮਾਈਂਡਸ ਦੇ ਵਿੱਚ ਜਿਹੜੀ ਆ ਉਹ ਬਿਲਕੁਲ ਜਗ ਜ਼ਾਹਿਰ ਹੈ। ਅੰਮ੍ਰਿਤਪਾਲ ਸਿੰਘ ਔਲਖ ਦਾ ਕਮੈਂਟ ਆਇਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਤੱਕ ਸਖਤ ਕਾਨੂੰਨ ਨਹੀਂ ਬਣਦੇ ਉਹਨਾਂ ਚਿਰ ਤੱਕ ਅਜਿਹੀਆਂ ਸ਼ਰਮਸਾਰ ਘਟਨਾਵਾਂ ਜਿਹੜੀਆਂ ਕਾਰੇ ਹੁੰਦੇ ਰਹਿਣਗੇ, ਕਿਉਂਕਿ ਅਜਿਹੇ ਵਰਤਾਰੇ ਅਸਰ ਰਸੂਖ ਦੇ ਔਰ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਜਿਹੜੇ ਨੇ ਉਹ ਕਰਦੇ ਨੇ। ਅੰਗਰੇਜ਼ਾਂ ਦੇ ਰਾਜ ਦੀ ਤਰ੍ਹਾਂ ਮੌਕੇ 'ਤੇ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਵਾ। ਜਿਵੇਂ ਦੋਸ਼ੀ ਨੇ ਪਬਲਿਕਲੀ ਇਹ ਕਾਰਾ ਕੀਤਾ, ਸਜ਼ਾ ਵੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਆ ਤਾਂ ਕਿ ਇਹੋ ਜਿਹੀਆਂ ਘਟਨਾਵਾਂ 'ਤੇ ਠੱਲ ਪੈ ਸਕੇ। ਅੰਮ੍ਰਿਤਪਾਲ ਸਿੰਘ ਦਾ ਬੜਾ ਸਟਰੋਂਗ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਹਰਪ੍ਰੀਤ ਸਿੰਘ ਸ਼ਾਹੀ ਗੱਲ ਕਰ ਰਹੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ। ਜੀ ਸ਼ਾਹੀ ਸਾਹਿਬ। ਸੰਧੂ ਸਾਹਿਬ, ਬੜਾ ਸੈਂਸਿਟਿਵ ਮੁੱਦਾ ਚੱਕਿਆ ਤੁਸੀਂ, ਬਹੁਤ ਵਧੀਆ ਗੱਲ ਹੈ ਇਹ। ਹਾਦਸਾ ਵੀ ਦੂਜੇ ਪਾਸੇ ਇਹ ਆਉਂਦਾ ਹੈ ਵੀ ਜੇ ਦੇਸ਼ ਦੇ ਰਾਜੇ ਨੂੰ ਸਾਡੇ ਪਹਿਲਵਾਨ ਨਾ ਦਿਖੇ ਹੁਣ 3 ਮਹੀਨਿਆਂ ਤੋਂ ਬੈਠੇ ਸਰਾਣੇ, ਉਹ ਅੱਜ ਮਨੀਪੁਰ ਦੀ ਗੱਲ ਕਰ ਰਹੇ ਜੀ। ਇਹਨਾਂ ਨੂੰ ਤਾਂ ਫਿਕਰ ਆ 24 ਦਾ ਪਿਆ, ਮਨੀਪੁਰ ਦੇ ਤਾਂ ਸਰ ਡਰਾਮੇ ਨੇ। ਜੇ ਨਹੀਂ ਚਿੰਤਾ ਹੁੰਦੀ, ਕਿੰਨੇ ਕਾਂਡ ਹੋਏ ਨੇ ਹੁਣ ਤੱਕ, ਇਹਨਾਂ ਨੇ ਕੋਈ ਨੀ ਕਾਨੂੰਨ ਬਣਾਇਆ। ਉਹਨਾਂ ਨੂੰ ਉੱਥੇ ਹੀ ਗੋਲੀ ਮਾਰਨ ਦਾ ਰਾਈਟ ਦਿੰਦੇ ਵੀ ਸਰਕਾਰ ਨੂੰ ਚਾਹੀਦਾ ਇਹਨੂੰ ਉੱਥੇ ਉਹਨਾਂ ਨੂੰ ਹੈਂਗ ਵਾਂਟਡ ਡੈਥ। ਜਿੰਨਾ ਚਿਰ ਸਰਕਾਰਾਂ ਇਹ ਮਸਲਿਆਂ ਤੇ ਗੰਭੀਰ ਨਹੀਂ ਹੁੰਦੀਆਂ, ਇਹ ਮਸਲੇ ਚੱਲੀ ਜਾਣੇ ਨੇਗੇ। ਤੁਸੀਂ ਸਾਊਦੀ ਅਰਬ ਦੇ ਅਰਬ ਕੰਟਰੀ ਕਿਉਂ ਨਹੀਂ ਹੁੰਦੇ ਅਜਿਹਾ ਕੁਛ? ਤੁਹਾਨੂੰ ਕੀ ਲੱਗਦਾ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ 2 ਮਹੀਨੇ, ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ? ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ, ਉੱਥੇ ਦੀ ਗਵਰਨਮੈਂਟ ਨੂੰ ਸਸਪੈਂਡ ਕਰਨਾ ਚਾਹੀਦਾ ਜਿਹਦੇ ਅੰਦਰ ਹੋਇਆ ਸਾਰਾ ਕੁਝ। ਜਿਹਨਾਂ ਕੋਲ ਗ੍ਰਹਿ ਭਾਗ ਉਹ ਸਸਪੈਂਡ ਹੋਣਾ ਚਾਹੀਦਾ। ਦੇਖੋ ਇਹ ਸਾਰੇ ਇਹ ਦੇਖੋ ਜੀ, ਆਮ ਪੈ ਰਿਹਾ ਦੁੱਖ ਹੈ ਤੁਹਾਨੂੰ, ਸਾਨੂੰ ਪਬਲਿਕ ਨੂੰ ਦੁੱਖ ਹੈ, ਇਹਨਾਂ ਨੂੰ ਕੋਈ ਦੁੱਖ ਨਹੀਂ ਹੈ। ਗੱਲ ਇਹ ਤਾਂ ਰੋਟੀਆਂ ਸੇਕਦੇ ਨੇ ਜੀ। ਉੱਥੇ ਹੁਣ ਸੰਸਦ ਦੇ ਵਿੱਚ ਰੌਲਾ ਪਾਉਣ ਦਾ ਕੀ ਫਾਇਦਾ, ਜਾਂ 2 ਮਹੀਨੇ ਦੀ ਪਹਿਲਾਂ ਹੀ ਉੱਥੇ ਧਿਆਨ ਰੱਖਦੇ ਆਪਦਾ ਕੀ ਗੱਲ ਅੱਗ ਵਾਂਗੂ ਫੈਲ ਜਾਂਦੀ ਹੈ, ਫਿਰ ਇਹ ਬੈਂਸ ਲਾਈ ਜਾਂਦੇ ਨੇ। ਬੈਂਸ ਕਰਕੇ ਕੀ ਨਿਕਲੇਗਾ ਜੀ? ਕਿਸੇ ਵੀ ਮੁੱਦੇ ਨੂੰ ਮਤਲਬ ਉਹਨੂੰ ਅੱਜ ਉਹਨੂੰ ਇਸ ਤਰ੍ਹਾਂ ਦੀ ਮਤਲਬ ਸਜ਼ਾ ਜਾਂ ਉੱਥੇ ਇਸ ਤਰ੍ਹਾਂ ਸਿਸਟਮ ਕਰਨਾ ਚਾਹੀਦਾ ਜਿੱਦਾਂ ਦੁਨੀਆ ਦੇਖਦੀ ਵੀ ਗਾਹਾਂ ਨੂੰ ਅੱਗੇ ਨੂੰ ਕੋਈ ਕਰਨ ਤੋਂ ਰੁਕਦਾ। ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ। ਸਰਕਾਰਾਂ ਤਾਂ ਜੀ ਆਪਕੋ ਆਪਣੇ ਰੁਕੀਆਂ ਸੇਕਦੀਆਂ ਨੇ, ਇਹ ਤਾਂ 2024 ਦਾ ਇਕੱਠ ਕਰੀ ਫਿਰਦੇ ਨੇ। ਥੈਂਕ ਯੂ। ਸਾਰੀ ਤਿਆਰੀ 2024 ਦੀ ਹੋ ਰਹੀ ਹੈ ਔਰ ਇਸ ਕੇਸ ਦੇ ਵਿੱਚ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਸੀ ਔਰ ਹੁਣ ਵੀ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਹੈ, ਦੇਣੀ ਬਣਦੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੈਪਟਨ ਇਕਬਾਲ ਸਿੰਘ। ਸੰਧੂ ਸਾਹਿਬ, ਮੈਂ 2 ਵਿਸ਼ਿਆਂ ਤੇ ਬੋਲੂੰਗਾ। ਇੱਕ ਤਾਂ ਤੁਸੀਂ ਕਿਹਾ ਸੀ ਨਾ ਸੰਨ 1939, ਇਹ ਮੈਨੂੰ ਚੰਗੀ ਤਰ੍ਹਾਂ ਯਾਦ ਆ। ਮੈਂ 6.5 ਸਾਲ ਦਾ, ਇਹ 8.5 ਸਾਲ ਦੇ ਵਿੱਚ ਇਹ ਘਟਨਾਵਾਂ ਹੋਈਆਂ। ਪਾਕਿਸਤਾਨ ਨਾਲ ਸਾਨੂੰ ਉਹਦਾ ਸਮਝੌਤਾ ਸੀ 10 ਸਾਲ ਦਾ। ਕੋਈ ਪਾਸਪੋਰਟ ਨਹੀਂ ਸੀ, ਕੋਈ ਵੀ ਔਰਤ ਜੋ ਇੱਧਰ ਰਹਿ ਗਈ ਆ, ਜਿਵੇਂ ਕਈ ਬੂਝੜ ਬੰਦੇ ਸੀ ਉਹਨਾਂ ਨੇ ਰੱਖੀਆਂ, ਜਿਵੇਂ ਉਧਰ ਰਹਿ ਗਈਆਂ, ਉਹ ਇੱਧਰੋਂ ਇੱਧਰ ਜਾਂਦੀਆਂ ਰਹੀਆਂ। ਇਹਦਾ ਜਿਹੜਾ ਹੈੱਡਕੁਆਟਰ ਸੀ ਨਾ ਫਿਰੋਜ਼ਪੁਰ ਸੀ। 2 ਔਰਤਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ, ਇੱਕ ਜੀਰਾ ਤਹਿਸੀਲ ਦੇ ਲੋਕੇ ਪਿੰਡ ਹੈ, ਇੱਕ ਨਿਹਾਲੇ ਵਾਲੇ ਤਹਿਸੀਲ ਦਾ ਖੋਟੇ ਪਿੰਡ ਹੈ। ਔਰ ਇਹਨਾਂ ਔਰਤਾਂ ਨੂੰ ਇਹ ਸੀ ਕਿ ਪੁਲਿਸ ਵਾਲਿਆਂ ਨੂੰ ਚੁਗਲੀ ਕਰ ਦਿੰਦਾ ਸੀ, ਫਲਾਨੀ ਔਰਤ ਜੋ ਹੈ ਉਹ ਮੁਸਲਮਾਨ ਹੈ, ਉਹ ਇੱਥੇ ਹੈ, ਤੇ ਪੁਲਿਸ ਵਾਲਿਆਂ ਨੂੰ ਫੜਨਾ ਪੈਂਦਾ ਸੀ। ਫਿਰ ਫੜ ਕੇ ਨਾ ਇਹਨੂੰ ਫਿਰੋਜ਼ਪੁਰ ਲੈ ਜਾਂਦੇ ਸੀ। ਇਹਨਾਂ ਦੋਨਾਂ ਦਾ ਜੋ ਮੈਂ ਤੁਹਾਨੂੰ ਦੱਸ ਗਿਆ, ਇਹਨਾਂ ਦੋਨਾਂ ਦੇ ਇੱਕ ਦੀਆਂ 2 ਕੁੜੀਆਂ ਤੇ ਇੱਕ ਦਾ ਇੱਕ ਲੜਕਾ। ਇੱਕ ਜਿਹੜਾ ਲੋਕੇ ਪਿੰਡ ਵਾਲਾ ਨਾ, ਉਹਦਾ ਤਾਂ ਨਾਂ ਵੀ ਇਕਬਾਲ ਸਿੰਘ ਰੱਖਿਆ ਸੀ। ਔਰ ਇਹਨਾਂ ਦੇ ਬੱਚਿਆਂ ਨੂੰ ਨਾ ਉਹਨਾਂ ਦੇ ਸਾਹਮਣੇ ਨਾ ਦਰਖਤਾਂ ਨਾਲ ਮਾਰ ਦਿੱਤਾ ਗਿਆ ਸੀਗਾ ਹੈ। ਇਹ ਤਾਂ ਹੈ ਉਸ ਵੇਲੇ ਦੀ ਘਟਨਾ, ਜਦੋਂ 10 ਲੱਖ ਲੋਕ ਉਦੋਂ ਮਾਰੇ ਗਏ ਸੀ। ਬਹੁਤਾ ਨੁਕਸਾਨ ਔਰਤਾਂ ਦਾ ਹੋਇਆ, ਸਾਡੀਆਂ ਵੀ ਧੀਆਂ ਭੈਣਾਂ ਦਾ ਉੱਧਰ ਹੋਇਆ, ਮੁਸਲਮਾਨ ਵੀਰ ਜੋ ਉਹਨਾਂ ਨਾਲ ਹੋਇਆ। ਦੂਜਾ ਜਿਹੜਾ ਹੁਣੇ ਇੱਕ ਕਹਿ ਕੇ ਗਿਆ ਸੀ ਨਾ ਆਪਣਾ ਅਕਾਲ ਤਖਤ ਦਾ ਜਥੇ ਦਾ, ਉਹ ਗੱਲ ਬਿਲਕੁਲ ਸੱਚ ਹੈ, ਉਹ ਅਖਬਾਰਾਂ 'ਚ ਆਈ ਹੈ। ਔਰ ਉਹ ਉਸ ਦਾ ਨਾਂ ਲੈਣਾ ਵੀ ਕੋਈ ਗੁਨਾਹ ਨਹੀਂ ਹੈ। ਉਹ ਸੀ ਉਦੇ ਸਿੰਘ, ਹਜ਼ੂਰੀ ਆ ਗਈ ਸੀ ਉਹ। ਜਦੋਂ ਉਹਨੇ ਇੱਥੇ ਲੜਕੀ ਨੂੰ ਛੇੜਿਆ, ਉਹਨੂੰ 3 ਮਹੀਨੇ ਦੀ ਸਜ਼ਾ ਹੋਈ ਸੀ। ਔਰ ਸਜ਼ਾ ਹੋਣ ਤੋਂ ਬਾਅਦ ਉਹਨੂੰ ਉੱਥੋਂ ਸ਼੍ਰੋਮਣੀ ਕਮੇਟੀ ਨੇ ਹਜ਼ੂਰੀ ਰਾਗੀ ਤੋਂ ਕੱਢ ਦਿੱਤਾ ਸੀ। ਇਹ ਮੈਂ 2016 ਕੇ 17 ਚ ਉੱਥੇ ਕਲੀਅਰ ਵੀ ਕੀਤਾ ਗੁਰਦੁਆਰਾ ਸਾਹਿਬ ਵਿੱਚੋਂ ਜਦੋਂ ਗਿਆ। ਇਹ ਤਾਂ ਸਾਡੇ ਰਾਗੀਆਂ ਦੀ ਹਾਲਤ ਆ, ਤੁਸੀਂ ਆਪ ਹੀ ਦੇਖ ਲਓ।
ਜਦੋਂ ਰਾਗੀ ਢਾਡੀ ਬਾਹਰਲੇ ਮੁਲਕਾਂ ਜਾ ਕੇ ਉਹ ਜਾਂ ਕੰਮ ਕਰਦੇ, ਫਿਰ ਕੌਣ ਇਹਨਾਂ ਲੋਕਾਂ ਤੇ ਐਤਬਾਰ ਕਰੂਗਾ? ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੈਪਟਨ ਇਕਬਾਲ ਸਿੰਘ। ਮੀਨਵੈਲ ਸਿੰਘ ਸਰਾਂ ਉਹਨਾਂ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ, ਜਿਹੜੀ ਤੁਹਾਡੀ ਸਕਰੀਨ 'ਤੇ ਉਹ ਕਹਿ ਰਹੇ ਨੇ, ਜਿੰਨਾ ਚਿਰ ਸਖਤ ਕਾਨੂੰਨ ਨਹੀਂ ਬਣਦੇ ਅਤੇ ਕਾਨੂੰਨ ਲਾਗੂ ਕਰਨ ਵਾਲੇ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਹੁੰਦੇ, ਉਹਨਾਂ ਚਿਰ ਤੇ ਇਹੀ ਕੁਝ ਹੁੰਦਾ ਰਹੇਗਾ। ਜੋ ਹੋਇਆ ਬਹੁਤ ਮਾੜਾ ਹੋਇਆ ਹੈ। ਬਿਲਕੁਲ ਸਹੀ ਕਹਾ ਸਿੰਘ ਸਰਾਂ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਕਿ ਇੱਕ ਕਾਰਨ ਇਹ ਵੀ ਹੈ ਕਿ ਪੁਲਿਸ ਦੇ ਹੱਥ ਬੰਨੇ ਹੋਏ ਜੇ ਉਹ ਗੋਲੀ ਚਲਾ ਦਿੰਦੇ ਤਾਂ ਫਿਰ ਤਰੀਕਾਂ ਭੁਗਤਦੇ ਫਿਰਦੇ। ਇਹੋ ਜਿਹੀ ਸਥਿਤੀ ਪੁਲਿਸ ਨੂੰ ਗੋਲੀ ਚਲਾਉਣ ਦੇ ਅਧਿਕਾਰ ਦੇਣੇ ਚਾਹੀਦੇ ਹਨ ਤਾਂ ਕਿ ਲੋਕ ਪੁਲਿਸ ਦਾ ਹੀ ਗਲਾ ਫੜਨ ਨੂੰ ਜਾਂਦੇ ਨੇ। ਸੋ ਇਹੋ ਜਿਹੇ ਮੌਕੇ 'ਤੇ ਸਪੈਸ਼ਲ ਰਾਈਟਸ ਦੇਣੀਆਂ ਚਾਹੀਦੀਆਂ ਵਾ ਪੁਲਿਸ ਨੂੰ, ਜਾਂ ਜਿਹੜੀ ਵੀ ਉੱਥੇ ਫੌਜ ਤਾਇਨਾਤ ਹੈ। ਇਹ ਭਾਈ ਸਾਹਿਬ ਦਾ ਵਿਚਾਰ ਹੈ। ਮਿਸਕੀ ਗੁਪਤਾ ਕਹਿ ਰਹੇ ਨੇ, ਸਰਕਾਰਾਂ ਅਸੰਵੇਦਨਸ਼ੀਲ ਹੋ ਗਈਆਂ ਹਨ। ਔਰਤਾਂ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਬਲਾਤਕਾਰੀ ਬਾਬੇ ਨੂੰ ਫਿਰ ਪਰੋਲ ਦੇ ਦਿੱਤੀ। ਬੇਸਿਕਲੀ ਸਾਨੂੰ ਇੱਕ ਐਟੀਟਿਊਡ ਚੇਂਜ ਕਰਨਾ ਪਊਗਾ ਕਿ ਜੇ ਇਹੋ ਜਿਹਾ ਕਾਨੂੰਨ ਦੇ ਥੱਲੇ ਇਹੋ ਜਿਹੀ ਹਰਕਤ ਕਰਕੇ ਤੁਸੀਂ ਅੰਦਰ ਜਾਂਦੇ ਤਾਂ ਸ਼ਾਇਦ ਪਰੋਲ ਨਹੀਂ ਮਿਲਣੀ ਚਾਹੀਦੀ। ਮੇਰਾ ਇਹ ਵਿਚਾਰ ਹੈ। ਜਦੋਂ ਮੈਂ ਆਪਣਾ ਕਮੈਂਟ ਦਊਂਗਾ ਉਹਦੇ 'ਚ ਮੈਂ ਇਹਦੇ ਬਾਰੇ ਵੀ ਜ਼ਰੂਰ ਮੈਂਸ਼ਨ ਕਰੂੰਗਾ ਜੋ ਮਿਸਕੀ ਗੁਪਤਾ ਨੇ ਕਿਹਾ। ਅਗਲੀ ਕਾਲ ਲੈਂਦੇ ਹਾਂ। ਹੈਲੋ ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਸਰ। कृष्ण गुप्ता जी। कृष्ण गुप्ता जी, बड़े दिनों बाद आज आए, स्वागत है सर। मोदी साहब बाहर क्यों घूम रहे थे? मुझे सब पता सी थे हुआ कांड, बाहर चले गया बन लेके। मोदी साहब का कसूर, साहब शाह और मोदी साहब का दोनों कसूर है। चलो बाहर भी चले जाते पर पिछे कार्रवाई तो होंगी ना। कार्रवाई भी नहीं हुई और बाहर भी चले गए। कार्रवाई नहीं, शाह गया से चुप कर गया। भाई शाह नॉट टेकिंग, गृह मंत्री नॉट टेकिंग एक्शन। This will be captured policemen फांसी दो उन्होंने, पुलिस सस्पेंड करो। ਮਿਹਰਬਾਨੀ। ਅਮਿਤ ਸ਼ਾਹ ਨੇ ਕਾਰਵਾਈ ਕਿਉਂ ਨਹੀਂ ਕੀਤੀ, ਇਹ ਕ੍ਰਿਸ਼ਨ ਗੁਪਤਾ ਜੀ ਪੁੱਛ ਰਹੇ ਨੇ। ਔਰ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਜਾਵੇ ਫੌਰਨ, ਜਿਨ੍ਹਾਂ ਨੇ ਕੋਈ ਇਹਦੇ 'ਤੇ ਕਾਰਵਾਈ ਨਹੀਂ ਕੀਤੀ। ਬਲਵੰਤ ਸਿੰਘ ਬੰਤ ਦਾ ਕਮੈਂਟ ਆਇਆ ਵਾ ਕਿ ਡਬਲ ਇੰਜਨ ਦੀ ਸਰਕਾਰ ਹੈ ਜੀ। ਪੁਲਿਸ ਦੀ ਹਿਰਾਸਤ ਵਿੱਚੋਂ ਇਹਨਾਂ ਇਨਸਾਨਾਂ ਨੂੰ ਭੀੜ ਨੇ ਜਲੂਸ ਦੀ ਸ਼ਕਲ ਵਿੱਚ ਘੁਮਾਉਣ ਤੋਂ ਬਾਅਦ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ। ਹਿੰਦੂ ਰਾਸ਼ਟਰ ਦਾ ਸੰਵਿਧਾਨ ਮਨੂ ਸਮ੍ਰਿਤੀ ਲਾਗੂ ਕਰ ਰਹੀ ਹੈ ਬੀਜੇਪੀ। ਹੁੰਦਾ ਪਹਿਲਾਂ ਵੀ ਆਹੀ ਆ, ਦਿੱਲੀ ਕਤਲੇਆਮ, ਗੋਧਰਾ ਆਦਿ। ਬਲਵੰਤ ਸਿੰਘ ਬੰਤ ਦਾ ਇਹ ਬੜਾ ਸਟਰੋਂਗ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਹਾਂਜੀ ਸੰਧੂ ਸਾਹਿਬ, ਗੱਲ ਇਹ ਆ, ਤੁਸੀਂ ਇੱਕ ਜਦੋਂ ਆਪਣੇ ਪ੍ਰੇਮ ਸਿੰਘ ਲਾਲਪੁਰਾ ਉਹਨਾਂ ਦਾ ਕਾਲ ਲੈਂਦੇ ਪਏ ਸੀ ਨਾ, ਉਸ ਤੋਂ ਬਾਅਦ ਤੁਸੀਂ ਕਿਸੇ ਸੱਜਣ ਦਾ ਕਮੈਂਟ ਪੜ੍ਹਿਆ ਸੀ ਵੀ ਜਿੰਨਾ ਚਿਰ ਸਖਤ ਕਾਨੂੰਨ ਨਹੀਂ ਬਣਦਾ ਇਹ ਘਟਨਾਵਾਂ ਨਹੀਂ ਰੁਕਣੀਆਂ। ਮੇਰੀ ਬੇਨਤੀ ਹੈ ਵੀ ਸਖਤ ਕਾਨੂੰਨ ਬਣਾਉਣਾ ਕਿਹਨੇ ਆ ਤੇ ਇੰਪਲੀਮੈਂਟ ਕਿਹਨੇ ਕਰਨਾ? ਉਹਨਾਂ ਨੇ ਜਿਹੜੇ ਕਾਰੇ ਕਰਦੇ ਪਏ ਆ। ਵੇਖੋ ਇਹ ਨਾ ਬਿਲਕੁਲ ਇਹ ਨਹੀਂ ਹਟਣਾ, ਕਿਉਂਕਿ ਮੈਂ ਤੁਹਾਨੂੰ 2-3 ਨਾ ਇਹਦੇ ਨਾ ਮਤਲਬ ਇਹਦੀ ਗਵਾਹੀ ਦੇ ਤੌਰ ਤੇ ਐਵੀਡੈਂਸ਼ੀਅਲ ਤੁਹਾਨੂੰ ਮੈਂ ਗੱਲਾਂ ਦੱਸਦਾ। ਵੀ ਪੁਰਾਤਨ ਸਮਿਆਂ ਦੇ ਵਿੱਚ ਦਲਿਤ ਸਮਾਜ ਨਾਲ ਮੰਦਿਰ 'ਚ ਜਾਣਾ ਬੰਦ ਹੈ। ਜੇ ਕੋਈ ਮੰਦਿਰ ਚਲਾ ਗਿਆ ਤੇ ਉਹਨੂੰ ਏਦਾਂ ਦੀਆਂ ਸਜ਼ਾਵਾਂ ਦੇਣੀਆਂ, ਅੱਖਾਂ ਕੱਢ ਦੇਣੀਆਂ, ਕੰਨਾਂ 'ਚ ਸਿੱਕਾ ਪਾ ਦੇਣਾ, ਉਹ ਕਰ ਦੇਣਾ। ਜੇ ਉਹ ਮਤਲਬ ਦਲਿਤ ਕਿਸੇ ਸਵਰਨ ਜਾਤੀ ਦੇ ਖੂਹ ਤੇ ਚੜ ਗਿਆ ਤੇ ਉਹਨੂੰ ਮਤਲਬ ਕਤਲ ਕਰ ਦੇਣਾ, ਤੇ ਮਤਲਬ ਬਲਾ 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 ਬਹੁਤ ਕੁਝ ਹੋਇਆ। ਤੇ ਅੰਗਰੇਜ਼ਾਂ ਨੇ ਮੁੜ ਕੇ ਮਤਲਬ ਇਹ ਨੱਥ ਪਾਈ। ਅੰਗਰੇਜ਼ ਇੱਥੇ ਹੀ ਸੀ ਤੇ ਸਾਊਥਰਨ ਇੰਡੀਆ ਦੇ ਵਿੱਚ ਇਹ ਬ੍ਰੈਸਟ ਟੈਕਸ, ਇਹ ਬ੍ਰਾਹਮਣੀ ਸਾਮਰਾਜ ਨੇ ਇਹ ਬ੍ਰੈਸਟ ਟੈਕਸ ਲਾਇਆ ਵੀ ਜਾਂ ਤੇ ਦਲਿਤ ਔਰਤਾਂ ਨੰਗੀਆਂ ਹੋ ਕੇ ਤੁਰਨ ਤੇ ਜੇ ਛਾਤੀ ਢੱਕ ਕੇ ਤੁਰਨੀਆਂ ਤੇ ਸਾਨੂੰ ਆਨਾ ਦੁਆਨੇ ਫੀਸ ਦੇਣ। ਉਹਦੇ ਵਿੱਚ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਆ ਵੀ ਅੰਗਰੇਜ਼ ਨੇ ਵੀ ਉਹਦੇ 'ਚ ਮਤਲਬ ਕੀਤਾ। ਫਿਰ ਉਹ ਇੱਕ ਨਗੇਲਾ ਨਾਂ ਦੀ ਔਰਤ ਸੀ, ਉਹਨੇ ਆਪਣੀਆਂ ਦੋਵੇਂ ਛਾਤੀਆਂ ਵੱਢ ਕੇ ਸਿਪਾਹੀ ਦੇ ਹੱਥ ਫੜਾਤੀਆਂ ਵੀ ਆਹ ਆਪਣੇ ਦੇ ਜਾ ਕੇ ਪੰਡਤ ਨੂੰ, ਜਿਹਨੇ ਇਹ ਹੁਕਮ ਕੀਤਾ। ਤੇ ਉਹਦੇ ਬਲੀਦਾਨ ਹੋਇਆ। ਉਸ ਤੋਂ ਬਾਅਦ ਜੋ 47 'ਚ ਹੋਇਆ ਕਿਸੇ ਨੂੰ ਨਹੀਂ ਭੁੱਲਿਆ। ਫਿਰ ਜੋ 84 ਸਿੱਖਾਂ ਨਾਲ ਹੋਇਆ, 2002 ਦੇ ਵਿੱਚ ਮੁਸਲਮਾਨਾਂ ਨਾਲ ਹੋਇਆ,
ਤੇ ਹੁਣ ਉੱਥੇ ਇਹਨਾਂ ਨਾਲ ਹੋ ਗਿਆ। ਇਹ ਨਾ ਤੇ ਕਾਨੂੰਨ ਬਦਲਣਾ, ਨਾ ਤੇ ਇਹਨਾਂ ਨੇ ਕਿਸੇ ਨੂੰ ਕਾਨੂੰਨ ਲਾਗੂ ਕਰਨਾ। ਇਹ ਤਾਂ ਕੋਈ ਰੱਪੋ ਇਹਨਾਂ ਦੇ ਮਨ ਮਿਹਰ ਪੈ ਜਾਵੇ, ਇਹਨਾਂ ਦੇ ਕੋਈ ਇਹ ਦਿਮਾਗ ਦੇ ਵਿੱਚ ਆ ਜਾਵੇ, ਇਹ ਕੀੜਾ ਨਿਕਲ ਜਾਏ ਵੀ ਅਸੀਂ ਬਹੁਤ ਗਿਣਤੀ 'ਚ ਅਸੀਂ ਜੋ ਮਰਜ਼ੀ ਜਿਹਦੇ ਨਾਲ ਮਰਜ਼ੀ ਜਦੋਂ ਮਰਜ਼ੀ ਧੱਕਾ ਕਰ ਲਾਂਗੇ, ਤੇ ਫੇਰ ਤਾਂ ਹੋ ਸਕਦਾ। ਤੇ ਅਦਰਵਾਈਜ਼ ਆਈ ਡੋਂਟ ਥਿੰਕ ਸੋ ਕਿ ਇਹ ਹੋਣਾ ਵਾ। ਔਰ ਮੈਂ ਕਹਿੰਦਾ ਵੀ ਅੱਜ ਦੇ ਜ਼ਮਾਨੇ 'ਚ ਉਹ ਜਦੋਂ ਨਗੇਲਾ ਵਾਲਾ ਕਾਂਡ ਸੀ ਉਹ 19ਵੀਂ ਸਦੀ ਸੀ, 47 ਵਾਲਾ 84 ਵਾਲਾ ਕਾਂਡ ਸੀ 20ਵੀਂ ਸਦੀ, ਤੇ ਹੁਣ 21ਵੀਂ ਸਦੀ 'ਚ ਜਦੋਂ ਤੁਸੀਂ ਕਹਿੰਦੇ ਵੀ ਸਾਡਾ ਚੰਦਰਯਾਨ ਉੱਤੇ ਆ ਤੇ ਅਸੀਂ ਥੱਲਿਓਂ ਉਹਨੂੰ ਕਮਾਂਡਾਂ ਦੇ ਰਹੇ ਆ, ਤੇ ਆਹ ਸਾਇੰਸ ਤੁਹਾਡੀ ਕਹਿੰਦੀ ਆ ਵੀ ਕਿਸੇ ਦੀਆਂ ਜਨਾਨੀਆਂ ਨਾਲ ਏਦਾਂ ਕਰੋ। ਬਿਲਕੁਲ ਠੀਕ ਹੈ, ਮਾਡਰਨ ਟਾਈਮ ਦੇ ਵਿੱਚ ਇਹ ਸ਼ਰਮ ਵਾਲੀ ਗੱਲ ਹੈ। ਬਿਲਕੁਲ ਸਹੀ ਹੈ। ਥੈਂਕ ਯੂ ਸੋਰੀ ਸਾਹਿਬ। ਬਿਲਕੁਲ ਸਾਰੇ ਸਾਡੇ ਕਾਲਰ ਜਿਹੜੇ ਨੇ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਡਿਸਅਪੁਆਇੰਟਡ ਨੇ, ਨਿਰਾਸ਼ ਨੇ, ਗੁੱਸਾ ਵਾ ਉਹਨਾਂ ਦੇ ਵਿੱਚ। ਦਵਿੰਦਰ ਲੋਪੋਂ ਦਾ ਕਮੈਂਟ ਆ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਘੱਟ ਆ, ਸਭ ਨੂੰ ਸ਼ਰਮਸਾਰ ਕੀਤਾ ਵਾ। ਕਾਨੂੰਨ ਵਿੱਚ ਸਖਤੀ ਦੀ ਜ਼ਰੂਰਤ ਹੈ ਤਾਂ ਕਿ ਔਰਤਾਂ ਨਾਲ ਵਧੀਕੀਆਂ ਰੋਕੀਆਂ ਜਾਣ। ਇਸ ਤੋਂ ਪਹਿਲਾਂ ਸਤਨਾਮ ਸਿੰਘ ਧਾਮੀ ਦਾ ਕਮੈਂਟ ਸੀ ਕਿ ਜਿਹੜੇ ਪੁਲਿਸ ਵਾਲਿਆਂ ਨੇ 2 ਮਹੀਨਿਆਂ ਤੱਕ ਰਿਪੋਰਟ ਦਰਜ ਨਹੀਂ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਰਿਪੋਰਟ ਤੇ 14 ਦਿਨ ਬਾਅਦ ਦਰਜ ਹੋ ਗਈ ਦੂਜੇ ਜ਼ਿਲ੍ਹੇ ਦੇ ਵਿੱਚ, ਲੇਕਿਨ ਕਾਰਵਾਈ ਨਹੀਂ ਹੋਈ। ਇਹ ਬਿਲਕੁਲ ਤੁਸੀਂ ਸਹੀ ਕਿਹਾ ਵਾ। ਅਵਤਾਰ ਸਿੰਘ ਢਿੱਲੋਂ ਦਾ ਕਮੈਂਟ ਹੈ ਕਿ ਸਖਤ ਕਾਨੂੰਨ ਨੂੰ ਲੋਕ ਕੁਝ ਨਹੀਂ ਸਮਝਦੇ, ਉਹਨਾਂ ਨੂੰ ਪਤਾ ਹੈ ਕਿ ਵਕੀਲ ਅਦਾਲਤ ਵਿੱਚ ਉਹਨਾਂ ਨੂੰ ਛੁਡਾ ਹੀ ਲੈਂਦੇ ਨੇ। ਬਹੁਤ ਘੱਟ ਲੋਕ ਸਹੀ ਇੰਜਾਮ ਤੱਕ ਜਾਂਦੇ ਨੇ, ਜ਼ਿਆਦਾ ਨੂੰ ਵਕੀਲ ਛੁਡਾ ਹੀ ਲੈਂਦੇ ਨੇ। ਅਵਤਾਰ ਸਿੰਘ ਢਿੱਲੋਂ ਨੇ ਸਾਡੀ ਜਿਹੜੀ ਜੁਡੀਸ਼ੀਅਲ ਸਿਸਟਮ ਆ, ਨਿਆਂ ਪ੍ਰਣਾਲੀ ਆ, ਉਹਦੇ ਉੱਪਰ ਟਿੱਪਣੀ ਕੀਤੀ ਹੈ। ਪ੍ਰਗਟ ਸਿੰਘ ਬਲ ਕਹਿ ਰਹੇ ਨੇ ਇਤਿਹਾਸ ਜੋ ਵੀ ਅਤਿਆਚਾਰ ਹੁੰਦਾ ਉਸ ਦਾ ਸੰਤਾਪ ਔਰਤਾਂ ਹੀ ਹਮੇਸ਼ਾ ਭੋਗਦੀਆਂ ਰਹੀਆਂ ਨੇ, ਹੁਣ ਵੀ ਲਗਾਤਾਰ ਜਾਰੀ ਹਨ। ਪਰ ਹੁਣ ਤੇ ਬਦਲ ਜਾਣਾ ਚਾਹੀਦਾ ਦੀ, ਟਾਈਮ ਬਦਲ ਗਿਆ। ਜੋ ਇਤਿਹਾਸ 'ਚ ਹੁੰਦਾ ਰਿਹਾ ਬਹੁਤ ਮਾੜੀ ਗੱਲ ਆ। ਅਸੀਂ ਇਤਿਹਾਸ 'ਚੋਂ ਕੀ ਸਬਕ ਸਿੱਖਿਆ ਫਿਰ? ਪ੍ਰਗਟ ਸਿੰਘ ਜੀ ਬਿਲਕੁਲ ਠੀਕ ਗੱਲ ਹੈ, ਸਾਨੂੰ ਟਾਈਮ ਚੇਂਜ ਹੋ ਗਿਆ ਤੇ ਇਹਦੇ ਨਾਲ ਸਾਨੂੰ ਵੀ ਬਦਲਾਵ ਲਿਆਉਣਾ ਚਾਹੀਦਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਲਾਲ ਸਿੰਘ ਬੋਲਦਾ ਜੀ। ਲਾਲ ਸਿੰਘ ਜੀ, ਸੰਧੂ ਸਾਹਿਬ ਤੁਸੀਂ ਕਿਹਾ ਵੀ ਇੱਕ ਔਰਤਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ? ਔਰਤਾਂ ਦੇ ਨਾਲ ਨਾਲ ਤੁਸੀਂ ਥੋੜਾ ਜਿਹਾ ਸੋਚੋ, ਜਿਹੜੀ 19 ਸਾਲਾਂ ਦੀ ਉਹ ਬੀਬੀ, ਉਹ ਲੜਕੀ ਕਹਿ ਰਹੀ ਹੈ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਮੈਨੂੰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ, ਵੀ ਉਹ ਕਹਿੰਦੇ ਨੇ ਵੀ ਕੱਪੜੇ ਉਤਾਰ ਵੀ। ਮੈਂ ਪੁਲਿਸ ਵਾਲਿਆਂ ਵੱਲ ਝਾਕੀ ਤੇ ਪੁਲਿਸ ਵਾਲਿਆਂ ਨੇ ਮੂੰਹ ਪਰਾਂ ਕਰ ਲਿਆ। ਮੈਂ ਆਪਣੀ ਜਾਨ ਬਚਾਉਣ ਦੇ ਮਾਰੇ ਇਹ ਕੱਪੜੇ ਕਿਤੇ। ਮੈਨੂੰ ਲੱਗਦਾ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਸੰਧੂ ਸਾਹਿਬ, ਉਹਨਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ। ਕਿਸੇ ਵੇਲੇ ਸਾਡੇ ਸਿੱਖ ਇਤਿਹਾਸ ਤੇ ਜਿਹੜੇ ਸਿੰਘ ਤੇ ਉਹ ਗਜਨੀ ਤੇ ਉੱਥੋਂ ਬੀਬੀਆਂ ਨੂੰ ਵਜਾ ਕੇ ਵਜਾਉਂਦੇ ਰਹੇ, ਉਹਨਾਂ ਨੇ ਪੜ੍ਹਿਆ ਨਹੀਂ। ਇੱਕ ਮੁਰਦਾ ਬੰਦਾ ਹੁੰਦਾ ਜਿਹੜਾ ਉਹ ਜਨਾਨੀ ਤੇ ਬਾਹਰ ਕਰਦਾ, ਇਹੋ ਚੇਪੀਆਂ ਹੋਈਆਂ ਖਤਮਾਂ। ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਪੁਲਿਸ ਵਾਲਿਆਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਲੈਣ ਸਟੈਂਡ ਵੀ ਜਦੋਂ ਬੰਦਾ ਪੁਲਿਸ ਦੀ ਕਸਟਡੀ 'ਚ ਸੁਰੱਖਿਅਤ ਨਹੀਂ, ਹੋਰ ਕਿੱਥੇ ਆਪਾਂ ਭੱਜ ਗਏ। ਜਦੋਂ ਕੋਈ ਆਪਾਂ ਨੂੰ ਮਾਰਦਾ ਆਪਾਂ ਥਾਣੇ ਜਾਂਦੇ ਹਾਂ, ਤੇ ਉਹ ਥਾਣੇ ਵਾਲੀ ਧੱਕੇ ਮਾਰ ਆਪਾਂ ਨੂੰ ਬਾਹਰ ਕੱਢ ਦੇਣਗੇ, ਫਿਰ ਹੋਰ ਆਪਾਂ ਜਾਵਾਂਗੇ ਕਿੱਥੇ? ਫਿਰ ਅੱਕ ਕੇ ਖਾਲਸੇ ਨੇ ਇਹ ਗੱਲ ਕਿਹਾ ਵੀ ਅੰਤ ਨੂੰ ਕਿਰਪਾਨ ਚੁੱਕਣੀ ਪੈਣੀ ਹੈ, ਜਾਂ ਸਾਰਿਆਂ ਨੂੰ ਪਰਵਿੰਦਰ ਸਿੰਘ ਝੋਟਾ ਬਣਨਾ ਪੈਣਾ। ਦੋ ਹੀ ਹੱਲ ਨੇ ਸੰਧੂ ਸਾਹਿਬ। ਮਿਹਰਬਾਨੀ। ਮੀਨਵੇਲ ਲਖਵੀਰ ਸੋਹਲ ਕਹਿ ਰਹੇ ਨੇ ਕਿ 24 ਆ ਰਹੀ ਆ, ਸੋ ਇਸ ਕਰਕੇ ਹੁਣ ਇੱਥੇ ਮੋਦੀ ਔਰ ਬਹੁਤ ਸਾਰੇ ਹੋਰ ਲੋਕ ਜਿਹੜੇ ਨੇ ਮਗਰਮੱਛ ਦੇ ਹੰਝੂ ਜਿਹੜੇ ਨੇ ਵਹਾਉਣਗੇ। ਮੈਨੂੰ ਪਤਾ ਵਾ ਕਾਲਰ ਹਨ, ਮੈਂ ਉਹਨਾਂ ਦੀ ਕਾਲ ਵੀ ਲਊਂਗਾ, ਪਰ ਮੈਂ ਥੋੜ੍ਹਾ ਬੈਕਗਰਾਊਂਡ ਦੱਸਣਾ ਚਾਹੁੰਦਾ ਵਾਂ। ਤੁਹਾਨੂੰ ਪਤਾ ਹੀ ਆ ਕਿ ਬੜੀ ਦੇਰ ਤੋਂ ਮਨੀਪੁਰ ਦੇ ਵਿੱਚ ਅਨਰੈਸਟ ਆ, ਉੱਥੇ ਕਾਫੀ ਕਮਿਊਨਲ ਕਲੈਸ਼ਿਸ ਹੋ ਰਹੇ ਆ। ਮਨੀਪੁਰ ਦੀ ਪੋਪੂਲੇਸ਼ਨ ਬਹੁਤੀ ਜ਼ਿਆਦਾ ਨਹੀਂ। ਮਨੀਪੁਰ ਤੁਹਾਨੂੰ ਪਤਾ ਹੀ ਆ ਕਿ ਬਿਲਕੁਲ ਮਿਆਂਮਾਰ ਜਿਹੜਾ ਬਰਮਾ ਜਿਹਨੂੰ ਕਹਿੰਦੇ ਸੀ ਉਹਦੇ ਬਾਰਡਰ ਦੇ ਨਾਲ ਆ। ਉੱਤੇ ਨਾਗਾਲੈਂਡ, ਇੱਕ ਪਾਸੇ ਅਸਾਮ ਆ, ਥੱਲੇ ਮਿਜ਼ੋਰਮ ਆ। ਛੋਟੀ ਜੀ ਕੋਈ ਬਹੁਤੀ ਪੋਪੂਲੇਸ਼ਨ ਨਹੀਂ ਹੈ ਸਟੇਟ ਦੀ, ਪਹਾੜੀ ਇਲਾਕਾ ਵਾ ਜ਼ਿਆਦਾ। ਸਿਰਫ ਸੈਂਟਰ ਦੇ ਜਿੱਥੇ ਇੰਫਾਲ ਜਿਹੜੀ ਕੈਪੀਟਲ ਹੈ ਉੱਥੇ ਪਲੇਨ ਏਰੀਆ ਵਾ। ਟੋਟਲ ਪੋਪੂਲੇਸ਼ਨ 35 ਲੱਖ ਦੱਸੀ ਜਾਂਦੀ ਆ, ਔਰ ਇੱਥੇ 3-4 ਜਿਹੜੀਆਂ ਕਮਿਊਨਿਟੀਜ਼ ਜ਼ਿਆਦਾ ਉੱਥੇ ਰਹਿੰਦੀਆਂ ਵਾ। ਮੇਤੀਜ਼ ਜਿਹੜੇ ਨੇ 53% ਜਿਹੜੇ ਨੇ ਉਹ ਮੇਤੀਜ਼ ਮਨੀਪੁਰ 'ਚ ਰਹਿੰਦੇ ਨੇ। ਉਹ ਜ਼ਿਆਦਾ ਇੰਫਾਲ ਏਰੀਆ ਦੇ ਵਿੱਚ ਨੇ। ਉਹਨਾਂ ਕੋਲ ਜ਼ਮੀਨ ਜ਼ਿਆਦਾ ਸਿਰਫ 10-15% ਆ, ਮੈਜੋਰਿਟੀ ਉਹਨਾਂ ਦੀ ਆ, ਲੇਕਿਨ ਉਹਨਾਂ ਕੋਲ ਬੜੇ ਥੋੜ੍ਹੇ ਜਿਹੇ ਏਰੀਆ ਦੇ ਵਿੱਚ ਉਹ ਰਹਿੰਦੇ ਆ। ਔਰ ਇਹ ਮੇਤੀਜ਼ ਜਿਹੜੇ ਨੇ ਇਹ ਜ਼ਿਆਦਾ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੇ। ਮੇਤੀ ਜ਼ਬਾਨ ਜਿਹੜੀ ਨਹੀਂ ਉਹ ਬੋਲਦੇ ਆ। ਇਸ ਤੋਂ ਇਲਾਵਾ ਨਾਰਥ ਦੇ ਵਿੱਚ ਨਾਗਾਲੈਂਡ ਦੇ ਨਾਲ ਜ਼ਿਆਦਾ ਨਾਗਾ ਲੋਕ ਰਹਿੰਦੇ ਨੇ, ਉਹ ਪਹਾੜੀ ਇਲਾਕਾ ਵਾ। ਸਾਊਥ ਦੇ ਵਿੱਚ ਕੁਕੀ ਔਰ ਜ਼ੋਮੀ ਲੋਕ ਰਹਿੰਦੇ ਨੇ। ਜਿਹੜੇ ਨਾਗਾ ਨੇ ਉਹ ਜਿਵੇਂ ਮੈਤੀ ਜਿਹੜੇ ਨੇ ਉਹ 53% ਆ, ਨਾਗਾ 24% ਆ, ਔਰ ਕੁਕੀ ਔਰ ਜ਼ੋਮੀ ਕਰੀਬ 16% ਇਹਨਾਂ ਦੀ ਪੋਪੂਲੇਸ਼ਨ ਆ। ਕੁਕੀ ਜ਼ੋਮੀਜ਼ ਜਿਹੜੇ ਨੇ
ये ज़्यादा क्रिश्चियंस ने और ये मेथी जिहड़े ने वो ज़्यादा हिंदू भाईचारे नाल संबंधित ने। सो इन्हां दे आपस दे विच काफ़ी देर तो टकराव जिहड़ा वा ये चल रहा वा और ये जो होया वा कुकी औरत नाल ये औरतां जिहड़ियां सी ये कुकी भाईचारे तो समाज नाल संबंधित सन। बहुत मंदभागी घटना वा। उत्थे 2017 दे विच चोणां जदों होईयां ते बीजेपी की सरकार बनी, एन बिरेन सिंह मुख मंत्री बने और दोबारा उन्होंने परफॉर्मेंस बेहतर किया 2022 दे विच और दोबारा वो मुख मंत्री बने ने। इस घटना दे विच मेरा ख्याल है कि बहुत एग्जैम्पलरी पनिशमेंट देनी चाहिए है। जिहड़ा भी बलात्कार के केसिस होंदे आ उहदे विच बड़ा सिंपल होना चाहिए वा भी उन्होंने जे उम्र कैद मिलती है तो उम्र कैद जिहड़ी आ उन्हां दी पूरी उम्र वास्ते होनी चाहिए है टिल डेथ। ये नाल स्पैसीफाइड होना चाहिए जे बलात्कार या मर्डर का केस उन्हां दे उत्ते दोवें चीज़ां बलात्कार कम मर्डर जिहड़ा वा ये जे केस होवे और पैरोल बलात्कार के केस दे विच नहीं देनी चाहिए। बहुत सारे लोग पैरोल ते बाहर आ जाते हैं। आप वेख्या ही है कि सच्चा सौदे डेरा सच्चा सौदे के बारे भी यही दोबारा इत्ते विवाद होंदा वा। सो बलात्कार के केसिस बिल्कुल पैरोल नहीं मिलनी चाहिए और जी सज़ा वा वो भी उम्र कैद हमेशा वास्ते होनी चाहिए टिल डेथ। जिहड़े अफसरां ने ते कार्रवाई नहीं की उन्होंने मेरे ख्याल इमीजिएटली उन्होंने डिसमिस करके उन्होंने अरेस्ट करना चाहिए वा और उन्होंने उत्ते उन्होंने खिलाफ सख्त सज़ा उन्होंने मिलनी चाहिए है। वन ऑफिसर अप जिहड़ा वा जे SHO ने कुछ नहीं किया तो उहदे उत्ते जिहड़ा इंस्पैक्टर या DSP है उन्होंने भी डिसमिस करना बनता वा क्योंकि हमेशा हर थाने की रिपोर्ट सुपीरियर ऑफिसर तक भी जरूर जाती है। SSP तक भी रोज़ जो भी केस रजिस्टर होंदे ने SSP दे शाम तक वो टेबल पर पहुँच जाते हैं। सो SSP जिहड़ा सी उत्थों दा उहदे खिलाफ भी कार्रवाई होनी बनती है और उन्होंने भी सस्पेंड करके उहदे खिलाफ इनकुआरी करनी चाहिए कि जे उन्होंने पता लगा सी तो उन्हें कार्रवाई क्यों नहीं की। और मुख मंत्री डेफिनेटली मॉरल ग्राउंड्स के उत्ते उन्होंने रिजाइन करना चाहिए। जो रिजाइन नहीं करता तो उन्हें डिसमिस करके उत्थे इस वेले जो हालात बन रहे हैं ऑलमोस्ट महीना डेढ़ महीना हो गया उत्थे वायलेंस नूं मेरे ख्याल उत्थे राष्ट्रपति राज हाल की घड़ी वास्ते जरूरी लाना। मेरा अपना ये विचार है। मैं सोचा भी मैं अपना व्यू जिहड़ा वा वो जरूर दस देवां। एक दो सज्जनां ने कहा सी भी दस्सिओ कि उत्थे स्थिति की है क्यों हो रहा वा। उत्थे मेथीज़ और कुकीज़ आपस दे विच इन्हां दा टकराव आ। जिहड़ा कुकी ने वो मंग कर रहे हैं कि सानू सैपरेट होमलैंड दित्ती जाए या एक सैपरेट एक यूनियन टैरेटरी बनाती जाए जिहड़ा साउथ एरिया जिहड़ा कुकीज़ जिथे मेजोरिटी दे विच ने ताकि वो उत्थे सुरक्षित तरीके नाल रह सकन। ये भी मेरे ख्याल मंग जिहड़ी है इनू सरकार नू कंसीडर करना चाहिए वा। विल टेक द नेक्स्ट कॉल नाउ। हेलो सत श्री अकाल संधू साहब, सत श्री अकाल सिंह बोल रहे हैं कनेडा तो। हाँ जी भाई साहब। ये देश की त्रासदी है संधू साहब कि इस वेले प्रधानमंत्री वो है जिहड़ा 1992 दे विच जिहड़े गुजरात च फसाद होए उस वेले मुख मंत्री सी ते जिहड़ा होम मिनिस्टर है इस वेले देश का उस वेले उत्थों का होम मिनिस्टर सी ते इन्हां दी प्रमोशन हो गई पर इन्हां दी सोच नहीं बदली। सो इस तरह दे माइनॉरिटीज़ दे उत्ते इस ते धंधा हुंदा ही रहना है जिन्ना चिर ये सरकार रहनी है कैम। ते जिथों तक पुलिस वालियां दा जिन्हां ने कोई एक्शन नहीं लिया उन्हां नूं तां इमीडिएट डिसमिस करना चाहिए है। ते ईवन देश दे जिहड़ा होम मिनिस्टर है उसनूं अस्तीफा देना चाहिए। ते डॉक्टर मनमोहन सिंह नूं तां मौन सिंह कहंदे हुंदे सी ये ते हुण वाले प्रधानमंत्री नूं की लक़ब दिता जावे। थैंक यू सो मच। मेहरबानी। थैंक यू जरनैल सिंह जी। मुख मंत्री प्रधानमंत्री नूं जिहड़े भखदे मसले ने जिहड़े जवाब मंगते हैं वो जरूर अपनी स्टेटमेंट जी आ देनी बनती आ। 2 महीने बाद इहो जी स्टेटमेंट देनी जी आ वो भी लोगों को बहुत सारा गुस्सा वा। काका बैंस का कॉमेंट फेसबुक के उपर आया वो कह रहे हैं सरां साहब ने कहा सी नवे कानून बनने चाहिए सख्त कानून बनने चाहिए। उन्होंने जवाब दे रहे हैं कि सरां साहब जी नवे कानून की करनगे जब पहलों वाले कोई लागू नहीं करता। नवे भी तो उन्होंने ही करने हैं लागू करने ने। पुराने कानून अंग्रेज़ों के जमाने के हैं नरम तो वो नहीं हो सकते। कानून बने हुए ने जी काफ़ी सख्ती है कानून दे विच लेकिन वो कई लूप होल्स ने जिन्होंने प्लग करने की लोड़ है। जिमें लोग छुट जाते हैं 10-15 साल बाद कतल वाले केसां दे विच या बलात्कारी भी छुट जाते हैं। सो वो मेरे थोड़ी चेंज करने की लोड़ है और पैरोल का जी प्रोविजन है वो भी तब्दीली लाने की लोड़ है। इहो जे कानूना जिहड़ा गुनाह करते हैं उन्होंने पैरोल का कोई हक नहीं।
ਹਰਦੀਪ ਸਿੰਘ ਸੋਢੀ ਦਾ ਕਮੈਂਟ ਹੈ ਵੀ ਲੰਗੜੇ ਲੂਲੇ ਕਾਨੂੰਨ ਦੀ ਮਿਸਾਲ ਰਾਮ ਰਹੀਮ ਹੈ ਜੋ ਫਿਰ ਪਰੋਲ ਤੇ ਆ ਗਿਆ। ਮੈਂ ਉਹੀ ਗੱਲ ਕੀਤੀ ਹੈ ਜੋ ਹਰਦੀਪ ਸਿੰਘ ਸੋਢੀ ਕਹਿ ਰਹੇ ਨੇ ਕਿ ਬਲਾਤਕਾਰੀ ਜਿਹੜੇ ਨੇ ਉਹਨਾਂ ਨੂੰ ਜਾਂ ਜਿਹੜੇ ਕੇਸਾਂ ਦੇ ਵਿੱਚ ਜਿਹੜੇ ਬਲਾਤਕਾਰ ਦਾ ਜੁਰਮ ਸਾਬਤ ਹੋ ਗਿਆ ਉਹਨਾਂ ਨੂੰ ਪਰੋਲ ਨਹੀਂ ਮਿਲਣੀ ਚਾਹੀਦੀ। ਜਸਵਿੰਦਰ ਸਿੰਘ, ਜਿਹੜਾ ਰਾਜ ਪ੍ਰਬੰਧ ਹੀ ਕ੍ਰਿਮੀਨਲ ਲੋਕਾਂ ਦੇ ਹੱਥ 'ਚ ਆਏ ਉੱਥੇ ਇਨਸਾਫ ਭਾਲਦੇ ਹਾਂ ਆਪਾਂ। ਜਿਹੜੀ ਸਰਕਾਰ 75 ਸਾਲਾਂ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਸਾਡੇ ਦੇਸ਼ 'ਚ ਕੀ ਹੋ ਰਿਹਾ ਵਾ, ਉਹ ਸਰਕਾਰ ਇੱਕ ਵੀ ਸੱਤਾ 'ਚ ਰਹਿਣ ਦੀ, ਇੱਕ ਦਿਨ ਵੀ ਸੱਤਾ 'ਚ ਰਹਿਣ ਦੀ ਹੱਕਦਾਰ ਨਹੀਂ। ਇਹ ਜਸਵਿੰਦਰ ਸਿੰਘ ਹੁਣਾਂ ਦਾ ਕਮੈਂਟ ਆ। ਦਲਜੀਤ ਸੰਧੂ ਕਹਿ ਰਹੇ ਨੇ ਇੱਥੇ ਔਰਤਾਂ ਛੱਡੋ, ਮੱਧ ਪ੍ਰਦੇਸ਼ ਵਿੱਚ ਦਲਿਤ ਦੇ ਸਿਰ ਵਿੱਚ ਕਿਸੇ ਨੇ ਪਿਸ਼ਾਬ ਕਰ ਦਿੱਤਾ ਸੀ, ਉਹ ਲੀਡਰ ਬੀਜੇਪੀ ਦਾ ਸੀਨੀਅਰ ਹੈ, ਇੱਥੇ ਕੌਣ ਸੁਰੱਖਿਅਤ ਹੈ। ਇਹ ਦਲਜੀਤ ਸੰਧੂ ਦਾ ਕਮੈਂਟ ਹੈ। ਮੇਰੇ ਖਿਆਲ ਸਿਰਫ ਆਪਾਂ ਬੀਜੇਪੀ ਨੂੰ ਫਾਲਟ ਨਾ ਕਰੀਏ। ਮੇਰੇ ਖਿਆਲ ਜਿਹੜੇ ਵੀ ਲੋਕੀ ਸੱਤਾ 'ਚ ਹੁੰਦੇ ਆ, 1984 'ਚ ਆਫਟਰ ਆਲ ਕੌਣ ਸੱਤਾ ਦੇ ਵਿੱਚ ਸੀਗਾ, 1947 ਦੇ ਵਿੱਚ ਕਿਹੜੀ ਉਦੋਂ ਸਿਸਟਮ ਸੀ, ਉਦੋਂ ਕੌਣ ਐਡਮਿਨਿਸਟ੍ਰੇਟਰ ਕੌਣ ਸਨ। ਸੋ ਜਿਹੜੇ ਵੀ ਲੋਕ ਸੱਤਾ 'ਚ ਹੁੰਦੇ ਆ ਉਹ ਮੇਰੇ ਖਿਆਲ ਗੁਨਾਹਗਾਰ ਹੋ ਜਾਂਦੇ ਆ। ਮੈਂ ਵੇਖਿਆ ਵਾ ਇਹੋ ਹੀ ਸਾਬਤ ਹੋ ਰਿਹਾ। ਅੰਮ੍ਰਿਤਪਾਲ ਸਿੰਘ ਔਲਖ ਦਾ ਕਮੈਂਟ ਆ, ਇਨਸਾਫ ਕਿਵੇਂ ਮਿਲੇਗਾ ਆਮ ਵਿਅਕਤੀ ਨੂੰ, ਕਿਉਂਕਿ ਕਾਨੂੰਨ ਬਣਾਉਣ ਵਾਲੇ ਹੀ ਇਸ ਤਰ੍ਹਾਂ ਦੇ ਕਾਰੇ ਕਰਦੇ ਨੇ। ਉਹਨਾਂ ਦੀ ਆਵਾਜ਼ ਦਬਾ ਲਈ ਜਾਂਦੀ ਹੈ, ਜਿਵੇਂ ਪੰਜਾਬ 'ਚ ਕਟਾਰੂ ਚੱਕ ਵਾਲੇ ਕੇਸ ਵਿੱਚ। ਬਿਲਕੁਲ ਸਹੀ ਕਿਹਾ ਅੰਮ੍ਰਿਤਪਾਲ ਸਿੰਘ ਔਲਖ ਜੀ। ਮੇਰੇ ਖਿਆਲ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਐਟੀਟਿਊਡ ਚੇਂਜ ਕਰਨੀ, ਤਬਦੀਲੀ ਕਰਨੀ ਚਾਹੀਦੀ ਆ ਕਿ ਜਿਨ੍ਹਾਂ ਲੋਕਾਂ 'ਤੇ ਇਹੋ ਜਿਹੇ ਇਲਜ਼ਾਮ ਲੱਗ ਜਾਂਦੇ ਨੇ, ਬਹੁਤ ਸੀਰੀਅਸ ਇਲਜ਼ਾਮ ਲੱਗ ਜਾਂਦੇ ਨੇ, ਉਹਨਾਂ ਤੋਂ ਤੁਸੀਂ ਪਾਸਾ ਵੱਟੋ, ਉਹਨਾਂ ਨੂੰ ਪਾਸੇ ਕਰ ਦਿਓ। ਕਿਵੇਂ ਕਟਾਰੂ ਚੱਕ ਜਿਹੜਾ ਵਾ ਉਹ ਆਮ ਆਦਮੀ ਪਾਰਟੀ 'ਚ ਰਹਿ ਸਕਦਾ ਵਾ? ਮੰਤਰੀ ਤੇ ਛੱਡੋ, ਮੰਤਰੀ ਤੇ ਗਲਤ ਹੈ ਜੇ ਮੰਤਰੀ ਨਹੀਂ, ਪਰ ਆਮ ਆਦਮੀ ਪਾਰਟੀ 'ਚ ਇਹਨੂੰ ਰਹਿਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ। ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜਾ WFI ਦਾ ਕੁਸ਼ਤੀ ਸੰਘ ਦਾ ਜਿਹੜਾ ਪ੍ਰਧਾਨ ਆ, ਉਹਨੂੰ ਬੀਜੇਪੀ ਕਿਵੇਂ ਆਪਣੇ MP ਰੱਖ ਸਕਦੀ ਆ? ਇਹ ਸਾਰੇ ਬੜੇ ਗੰਭੀਰ ਸਵਾਲ ਨੇ ਜਿਹੜੇ ਸਾਡੇ ਸਾਹਮਣੇ ਨੇ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਅਮਰੀਕਾ ਕੈਨੇਡਾ ਵਿੱਚ ਪੁਲਿਸ ਕੋਲ ਵੱਧ ਅਧਿਕਾਰ ਨੇ, ਲੋਕਾਂ ਨੂੰ ਇੰਨਾ ਡਰ ਹੈ ਕਿ ਸਾਰੀ ਰਾਤ ਕੁੜੀਆਂ ਫਿਰਦੀਆਂ, ਕੁੜੀਆਂ ਨੂੰ ਕੋਈ ਹੱਥ ਨਹੀਂ ਲਾਉਂਦਾ। ਇੰਡੀਆ ਵਿੱਚ ਵੀ ਪੁਲਿਸ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ, ਪਰ ਪ੍ਰੋਬਲਮ ਇਹ ਹੈ ਜੀ ਫਿਰ ਉੱਥੇ ਪੁਲਿਸ ਮਿਸਯੂਜ਼ ਕਰਦੀ ਹੈ। ਅਵਤਾਰ ਢਿੱਲੋਂ ਜੀ, ਆਪਾਂ ਵੇਖਿਆ ਹੀ ਹੈ ਕਿ ਪੰਜਾਬ ਦੇ ਵਿੱਚ ਕਿਵੇਂ ਕਾਨੂੰਨ ਮਿਸਯੂਜ਼ ਹੁੰਦੇ ਰਹੇ। ਅਕਾਲੀ ਸਰਕਾਰ ਵੇਲੇ ਵੀ ਇੱਥੇ ਤੁਸੀਂ ਵੇਖਿਆ ਵਾ, ਜਿਨ੍ਹਾਂ ਲੋਕਾਂ ਦੇ ਉੱਤੇ ਗੰਭੀਰ ਇਲਜ਼ਾਮ ਸੀ ਉਹਨਾਂ ਨੂੰ ਅਸੀਂ DGP ਬਣਾ ਦਿੱਤਾ ਉੱਥੇ। ਮਿਸਕੀ ਗੁਪਤਾ ਕਹਿ ਰਹੇ ਨੇ ਸਾਡਾ ਨਹੀਂ ਕਸੂਰ, ਸਾਡੀਆਂ ਸਰਕਾਰਾਂ ਤੇ ਮਜਬੂਰ ਵੋਟਾਂ ਨੇ ਮਜਬੂਰ ਵੋਟਾਂ ਲੈਣੀਆਂ ਹਨ, ਜ਼ਰੂਰ ਇਹੀ ਹੈ ਸਾਡੀਆਂ ਸਰਕਾਰਾਂ ਦਾ ਕਸੂਰ। ਸਾਡਾ ਨਹੀਂ ਕਸੂਰ, ਸਾਡੀਆਂ ਸਰਕਾਰਾਂ ਨੇ ਮਜਬੂਰ ਵੋਟਾਂ ਲੈਣੀਆਂ ਹਨ, ਜ਼ਰੂਰ ਇਹੀ ਹੈ ਸਾਡੀਆਂ ਸਰਕਾਰਾਂ ਦਾ ਕਸੂਰ। ਇਹ ਮਿਸਕੀ ਗੁਪਤਾ ਦਾ ਕਮੈਂਟ ਹੈ। ਮੇਰੇ ਖਿਆਲ ਸਮਾਂ ਖਤਮ ਹੋ ਗਿਆ ਵਾ ਅਤੇ ਮੈਨੂੰ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਆ, ਪਰ ਬਹੁਤ ਮੰਦਭਾਗਾ ਵਾਕਿਆ ਹੋਇਆ ਔਰ ਇਹਦੇ 'ਤੇ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਮਨੀਪੁਰ ਜੋ ਹੋਇਆ ਉਸ ਤੋਂ ਬਾਅਦ ਹੁਣ ਇਹੋ ਜਿਹਾ ਕਾਨੂੰਨ ਬਣ ਗਿਆ ਕਿ ਹੋਰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਇੱਦਾਂ ਦਾ ਕਾਰਾ ਕਰਨ ਦੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ। ਅਗਲੇ ਹਫ਼ਤੇ ਫਿਰ ਮਿਲਾਂਗੇ। ਹੁਣ ਦਿਓ ਮੈਨੂੰ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।